ਤੁਹਾਡੇ ਅੱਗੇ ਕਬੀਰ ਸਾਹਿਬ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ, ਗੌਰ ਨਾਲ ਸੁਣਨ ਵਾਲਾ ਹੈ। ਸਭ ਸੰਤਾਂ ਮਹਾਤਮਾ ਨੇ, ਰਿਸ਼ੀਆਂ ਮੁਨੀਆਂ ਨੇ ਗੁਰੂ ਗੁਰੂ ਕੀਤਾ ਹੈ। ਸਵਾਮੀ ਜੀ ਮਹਾਰਾਜ ਨੇ ਵੀ ਕਿਹਾ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਸੰਤਾਂ ਮਹਾਤਮਾ ਨੇ, ਮਾਲਕ ਦੇ ਪਿਆਰਿਆਂ ਨੇ ਇਹ ਸੁਣੀਆਂ ਸੁਣਾਈਆਂ ਬਾਤਾਂ ਨਹੀਂ ਕਹੀਆਂ। ਉਹਨਾਂ ਨੇ ਜੋ ਤਜਰਬਾ ਜ਼ਿੰਦਗੀ ਵਿੱਚ ਕੀਤਾ ਉਹ ਬਿਆਨ ਕੀਤਾ। ਉਹ ਸਹੀ ਹੈ, ਸੱਚ ਹੈ। ਉਸ ਵਕਤ ਵੀ ਓਨਾ ਹੀ ਸੱਚ ਸੀ, ਅੱਜ ਵੀ ਉਤਨਾ ਹੈ, ਗਾਹਾਂ ਨੂੰ ਵੀ ਇਸ ਨੇ ਉਤਨਾ ਹੀ ਸੱਚ ਰਹਿਣਾ ਹੈ। ਉਹ ਸਾਨੂੰ ਪਿਆਰ ਨਾਲ ਦੱਸਦੇ ਹੈ ਕਿ ਅਗਰ ਕੋਈ ਸੱਚੇ ਤੋਂ ਸੱਚਾ ਮਿੱਤਰ ਹੈ, ਦੋਸਤ ਹੈ, ਸਾਡਾ ਸਾਥ ਨਿਭਾਉਣ ਵਾਲਾ ਹੈ, ਉਹ ਸਿਰਫ ਸਾਡਾ ਗੁਰੂ ਹੈ, ਜਿਨ੍ਹਾਂ ਨੇ ਸਾਨੂੰ ਨਾਮ ਦਾ ਭੇਦ ਦਿੱਤਾ ਹੈ, ਸ਼ਬਦ ਦਾ ਭੇਦ ਦਿੱਤਾ ਹੈ। ਨਾਮ ਉਹ ਦੌਲਤ ਹੈ ਜਿਹੜੀ ਇਹਨੂੰ ਚੋਰ ਚੁਰਾ ਨਹੀਂ ਸਕਦਾ, ਅਗਨੀ ਸਾੜ ਨਹੀਂ ਸਕਦੀ, ਹਵਾ ਉਡਾ ਨਹੀਂ ਸਕਦੀ। ਜੋ ਇੱਥੇ ਵੀ ਸਾਡੀ ਰੱਖਿਆ ਕਰਦਾ, ਅੱਗੇ ਵੀ ਕਰਦਾ ਹੈ। ਗੁਰੂ ਨਾਨਕ ਨੇ ਕਿਹਾ, ਇੱਥੇ ਉੱਥੇ ਸਦਾ ਸੁਹਾਈ। ਸੰਤਾਂ ਮਹਾਤਮਾ ਨੇ ਉਹ ਸਚਾਈ ਬਤਾਉਣ ਦੀ ਖਾਤਰ ਹੀ ਉਸ ਪਰਮਾਤਮਾ ਨੇ ਖੁਦ ਹੀ ਮਲ ਮੂਤ ਦਾ ਚੋਲਾ ਧਾਰ ਕੇ ਹਰ ਯੁੱਗ ਵਿੱਚ ਆਉਂਦਾ ਰਿਹਾ ਹੈ। ਉਹਨਾਂ ਦਾ ਰਸਤਾ ਨਾ ਬੰਦ ਹੋਇਆ ਨਾ ਹੋ ਸਕਦਾ ਹੈ, ਕਿਉਂਕਿ ਖੰਡ ਬ੍ਰਹਿਮੰਡ ਬ੍ਰਹਮ ਪਾਰ ਬ੍ਰਹਮ ਸਾਡੇ ਅੰਦਰ ਹਨ। ਲੇਕਿਨ ਇਹਨਾਂ ਦੇ ਅੰਦਰ ਹੁੰਦਿਆਂ ਹੋਇਆਂ ਅਨੇਕਾਂ ਵਾਰੀ ਅਸੀਂ ਉੱਚਿਆਂ ਜਾਮਿਆਂ 'ਚ ਜਨਮ ਲਿਆ, ਅਨੇਕਾਂ ਵਾਰੀ ਨੀਵੇਂ ਜਾਮਿਆਂ ਵਿੱਚ ਗਏ, ਔਰ ਸਾਨੂੰ ਮਰਨ ਜਨਮ ਦੇ ਦੁੱਖ ਸਦਾ ਚਿੰਬੜੇ ਰਹੇ। ਕਿਸੇ ਨੇ ਸਾਡਾ ਇਹ ਬੰਧਨ, ਇਹ ਰੱਸੀ ਨਾ ਕੱਟੀ। ਬੇਸ਼ੱਕ ਸਾਡੇ ਅੰਦਰ ਸਨ, ਧਰਤੀ ਅੰਦਰ ਹਰ ਜਗ੍ਹਾ ਪਾਣੀ ਹੈ, ਕਿਤੇ ਗਹਿਰਾ ਹੈ, ਕਿਤੇ ਉੱਪਰ ਹੈ, ਕਿਤੇ 100 ਫੁੱਟ ਹੈ, ਕਿਤੇ 200 ਫੁੱਟ ਹੈ, ਕਿਤੇ 50 ਫੁੱਟ ਹੈ, ਕਿਤੇ 10 ਫੁੱਟ ਹੈ। ਲੇਕਿਨ ਬੇਸ਼ੱਕ ਗਹਿਰਾ ਪਾਣੀ ਹੈ ਜਾਂ ਉੱਪਰ ਪਾਣੀ ਹੈ, ਥੋੜਾ ਗਹਿਰਾ ਹੈ, ਪਿਆਸ ਉਹਨਾਂ ਦੀ ਹੀ ਦੂਰ ਹੁੰਦੀ ਹੈ ਕਿ ਜਿਹੜਾ ਉੱਥੇ ਕੋਈ ਨਲਕਾ ਵਗੈਰਾ ਟਿਊਬਵੈਲ ਲਾ ਲੈਂਦਾ ਹੈ। ਤਾਂ ਸਾਨੂੰ ਇਹ ਵੀ ਪਤਾ ਹੈ ਕਿ ਟਿਊਬਵੈਲ ਲਗਾਉਣ ਵਾਸਤੇ ਸਾਨੂੰ ਆਮ ਕਿਸੇ ਨਾ ਕਿਸੇ ਮਿਸਤਰੀ ਦੀ, ਕਾਰੀਗਰ ਦੀ ਜ਼ਰੂਰਤ ਪੈਂਦੀ ਹੈ, ਉਹਦੀ ਸਹਾਇਤਾ ਲੈਣੀ ਪੈਂਦੀ ਹੈ। ਇਸੇ ਤਰ੍ਹਾਂ ਜਦ ਅਸੀਂ ਅਸਥੂਲ ਜਾਮੇ ਵਿੱਚ ਆਉਂਦੇ ਹਾਂ, ਸਾਨੂੰ ਨਹੀਂ ਪਤਾ ਕਿ ਅਸੀਂ ਅੰਦਰ ਕਿਸ ਰਸਤੇ ਜਾਣਾ ਹੈ, ਅਸੀਂ ਕਿਸ ਤਰ੍ਹਾਂ ਬੈਠਣਾ ਹੈ, ਕਿਸ ਤਰ੍ਹਾਂ ਅੰਦਰ ਜਾ ਕੇ ਅਸੀਂ ਖੋਜ ਕਰਨੀ ਹੈ। ਕੌਣ ਸਾਨੂੰ ਇਸ ਭੂਲ ਭੁਲੇਖਿਆਂ ਦੇ ਵਿੱਚ ਸਮਝਾਏਗਾ? ਕਿਉਂਕਿ ਜਿਹੜੀ ਦੁਨੀਆ ਅਸੀਂ ਰੋਜ਼ ਦੇਖਦੇ ਹਾਂ, ਜਿਨ੍ਹਾਂ ਗਲੀਆਂ ਮੁਹੱਲਿਆਂ ਵਿੱਚ ਦੀ ਅਸੀਂ ਰੋਜ਼ ਲੰਘਦੇ ਹਾਂ, ਕਈ ਦਫਾ ਰਾਤ ਦੇ ਵਕਤ ਜਾਂ ਦਿਨੇ ਵੀ ਕੋਈ ਝੱਖੜ, ਐਸੀ ਆਂਧੀ ਆ ਜਾਵੇ ਤੇ ਸਾਨੂੰ ਭੁੱਲਣ ਦਾ ਉੱਥੇ ਵੀ ਡਰ ਹੈ। ਤੋ ਜਿਸ ਰਸਤੇ ਤੇ ਅਸੀਂ ਕਦੇ ਲੰਘੇ ਹੀ ਨਾ ਹੋਈਏ, ਉਸ ਤੇ ਕਿਤਨਾ ਡਰ ਹੈ। ਤੋ ਅੰਦਰ ਤਾਂ ਇਸ ਤੇ ਵੀ ਜ਼ਿਆਦਾ ਖਤਰਿਆਂ ਦਾ ਭਰਿਆ ਹੋਇਆ। ਕਬੀਰ ਸਾਹਿਬ ਨੇ ਕਿਹਾ, ਅਗਰ ਕੋਈ ਬਗੈਰ ਕਿਸੇ ਮਹਾਤਮਾ ਦੀ ਮਦਦ ਤੋਂ, ਗੁਰੂ ਦੀ ਮਦਦ ਤੋਂ ਅੰਦਰ ਜਾਏਗਾ ਤਾਂ ਅੱਗੇ ਕੀ ਚੀਜ਼ਾਂ ਉਹਨੂੰ ਗੁੰਮਰਾਹ ਕਰਨਗੀਆਂ। ਉਹਨਾਂ ਨੇ ਕਿਹਾ, ਸਾਕਨੀ ਡਾਕਨੀ ਬਹੁ ਕਲਕਾਰੇ। ਉਹ ਸਾਰੀਆਂ ਹੀ ਵਿਰੋਧੀ ਤਾਕਤਾਂ ਜੋ ਕਾਲ ਨੇ ਇਹਦੇ ਰਸਤੇ ਦੇ ਅੰਦਰ ਬਿਠਾਈਆਂ ਹਨ, ਇਸ ਨੂੰ ਰੋਕਦੀਆਂ ਹਨ, ਲਾਲਚ ਵੀ ਦਿੰਦੀਆਂ ਹਨ, ਡਰਾਉਂਦੀਆਂ ਵੀ ਹਨ ਕਿ ਤੂੰ ਅੱਗੇ ਨਾ ਜਾ। ਜੀਵ ਜਾਂ ਤਾਂ ਡਰ ਕੇ ਹਟ ਜਾਏਗਾ ਜਾਂ ਲਾਲਚ ਵਿੱਚ ਫਸ ਜਾਏਗਾ। ਰਿੱਧੀਆਂ ਸਿੱਧੀਆਂ ਪੇਸ਼ ਜਦੋਂ ਹੁੰਦੀਆਂ ਹਨ, ਬਹੁਤ ਸਾਰੇ ਅਭਿਆਸੀ ਇਹਦਾ ਸ਼ਿਕਾਰ ਹੋ ਜਾਂਦੇ ਹੈ। ਲੇਕਿਨ
कबीर साहब कहते सतनाम सुन भागे सारे। तो सतनाम अगर जे साडे कोल वो नाम है जेड़े सदा ही सत है, तो इहदे नेड़े ना कोई विरोधी ताकत आउंदी है। ਜਿਹੜੇ ਲੋਕ ਭਜਨ ਅਭਿਆਸ ਕਰਦੇ ਹੈ ਉਹਨਾਂ ਨੂੰ ਅੱਛੀ ਤਰ੍ਹਾਂ ਗਿਆਨ ਹੈ। तो सब तो पहला उस सत दे नाल जोड़न वास्ते वो परमात्मा खुद ही तार के आउंदा है। क्योंकि स्थूल दुनिया दे विच सानू कोई स्थूल चोला ही समझा सकता है। ब्रह्म पार ब्रह्म परमात्मा अज ताईं किसी नू कदे सीधा ज्ञान नहीं दे सकिया, ना इहदा वो कानून ही है। आप दे मिलण दा बेशक जो चाहे, क्योंकि वो कुल मालिक सीगा, वो तरीका अख्तियार कर सकता सी, लेकिन उसने आ जगात तो यही रास्ता बनाया है कि बिन सतगुर चेत्या ना जाए। बिन सतगुर किने न पाया, सब सुनियो लोक सवाया। तो जद असी स्थूल दुनिया दे विच हैं ते सतगुरु वो परमात्मा स्थूल चोले विच आउंदा है, साडी हर गल दा वो प्यार नाल जवाब दिंदा है, समझाउंदा है, उस रस्ते ते पाउंदा है। सत्संग दे जरिए साडे शक शकूक वो दूर करदा है। जद असी सूक्ष्म शरीर विच जाने हैं, स्थूल दा चोला लाउने हैं, वो भी सूक्ष्म रूप विच अंदर प्रगट हुंदा है। जद असी ब्रह्म विच जाने हैं, कारण देश विच जाने हैं, वो कारण शरीर धारदा है। जद असी पार ब्रह्म विच जाने हैं, वो शब्द है। जद ये सारे ब्रह्मांड खंड असी टप जाने हैं, सचखंड दे विच वो सतपुरुष दे स्वरूप विच उस गुरु और परमात्मा दे विच सानू कोई भिन्न पेस नजर नहीं आउंदा गा। और ये संत सतगुरु ये नहीं कहते कि तुसी मरिया बाद देखो, नहीं, वो कहते देखो भी प्यारिओ, कोई भी दुनिया दे विच आपां काम करिए, मकान बनाइए, खेती करिए, वणज करिए, हर एक चीज दे असूल हुंदे है। सब तो पहला उन्हां असूलां नूं धारण करना है। इसे तरह सानू शब्द अभ्यास और गुरु नूं अंदर प्रगट करने वास्ते भी कुछ असूल हुंदे है। मैं आर्मी दीयां कई गल्लां घटनावां दसदा हुंदा है। जदों असी मैप रीडिंग दा फर्स्ट क्लास दा नशहरे इम्तिहान देण लगे, उस वक्त साडा साहब कहण लग्या, अच्छा बई सिपाही दी तुसी तारीफ लिखो, सिफत लिखो, ओदी खसूसियत लिखो। तो हर आदमी ने सिपाही दे मुतल्लक लिखिया, लेकिन जो मेरा लेख सीगा वो मैं तुहानू छोटा करके दसदा। मेरे अज भी याद है कि सिपाही कौन बन सकता है, जिन्हों 100 पा लगे, वो है 100 पाही। सब तो पहला ओदा अपने अफसर दे विच भरोसा कि जो मेरा अफसर हुक्म दिंदा है ये सही है। तो अफसर जो है वो हुक्म दे के ये नहीं कि उसनू लड़ाई च या अमन वास्ते भेज के वो पिछे चुप करके बैठ जाएगा। उन्होंने ओदा फिक्र है, अगर उसनू मदद की जरूरत है उसनू वो मदद पहुंचाएगा। अगर दुश्मन उसनू घेर लेंदा है वो हर कुर्बानी करके उसनू छड़ाएगा। तो सब तो पहला उस अफसर ते भरोसा है। फिर अगर भरोसा है उस अफसर की जिम्मेवारी उसनू वक्त दे उत्ते तनख्वाह भी देण दा हुंदा है। कोई किसी की तनख्वाह रखदा नहीं, टाइम ते दिंदा है। भरोसा आ गया, ओदी मजदूरी भी मिलती है। उस तो बाद वो इरादे दा पक्का कि जिथे मेरे साहब ने मैनू हुक्म दिता है, बेशक कितनियां भी कठिनाइयां क्यों ना आउण, मैं वो करना ही है, उत्थे पहुंचना ही है। जे उसनू
ਭਰੋਸਾ ਹੀ ਨਹੀਂ ਸਭ ਤੇ, ਸਭ ਨਾਲ ਪਿਆਰ ਹੀ ਨਹੀਂ, तो बजाय उधर तुरन दे अगर वो हजारां सवाल उस साहब ते करन लग जावे कि रस्ते च कोई कठिनाई तो नहीं, की तनख्वाह देवेगा, तो ये असूल आर्मी का नहीं। इसे तरह जब असीं संत मत दे उत्ते आउणे हैं, इस ते भी आउणे हैं, बहुत सारे इस दे भी असूल है। वो की है? सब तो पहला शौक, बिरे कि की मैं परमात्मा नूं मिलना चाहुंदा है, तो महात्मा दे संगत दे अंदर जाना ये भी शौक है। फिर जो महात्मा कहंदे है बगैर किसी हील उजर तो उसकी साधना करनी, उसकी कमाई करनी। जिस महात्मा ने सानू इस रस्ते ते पाया हुंदा है, ना तो बेफिक्री हुंदा है और ना हो अचिंती हुंदा है। उन पूरी चिंता आपदे शिष्य नूं हर खतरे तो बचा के अगे ले जाण दी है। फिर ये है कि प्यार, वड्डे महाराज जी कहंदे हुंदे सी, अगर तुहाडे अंदर प्यार नहीं, तुहाडे अंदर एक मामूली जिहा भी अभाव आ जांदा है, बेशक तुसी आखिरी स्टेज ते पहुंचे हुए हो फिर भी गिर जाओगे। बड़े बड़े गिर गए हैं। इतिहास गवाह है कि जिन्हां ने किंतु कीता वो हड्डियां दा ढेर हो गए। तो ये सब तो पहला है ये असूल ते पक्के होना कि की मैं अंदर परमात्मा नूं मिलना है। फिर आजादे दा पक्का। महाराज सावण कहंदे हुंदे सीगे कि तोप दे अगे खड़ जाना सौखा है, अभ्यास करना औखा है। मैं दसदा हुंदा है कि जब दूसरी वर्ल्ड वार लगी है, मैं बॉयज कंपनी अंदर गया सीगा, तो उन्हां नूं लड़ाई च जाण दा हुक्म नहीं सीगा, लेकिन मैनूं शौक सी कि देश सेवा वास्ते मैं घरों आया करा। मैं साहब अगे बेनती कीती कि मैनूं भेज दिओ। उस वक्त दे विच बड़े अफसर जेलां अंदर जाके भी कहंदे सी भी जिहने जाना है वो जेल चों माफ है, क्योंकि अगे नफरी पूरी नहीं हो रही सी। तो मेरी छोटी उम्र देख के हर अफसर मैनूं देखदा सीगा कि इहदा किस तरह दा हौसला है। इतना उस वेले खौफ और सहम सीगा। जब साडी डॉक्टरी होण लगी तो डॉक्टर ने पूछा कि साहब किस नूं दुध लावां, तुसीं सिफारिश करो कि कमजोर है जिहड़े तकड़े हो जाण। तो साहब दी अखां चों पानी आया, प्यार दे हंझू केर के कहण लग्या सारे बली दे बकरे है, तो सारिਆਂ ਨੂੰ ला दे। ये हुण तुसीं मन दी उस वेले दी दशा देख सकते हो भी किस तरह दी सी। लेकिन मैं ये भी जिंदगी दा दसदा है कि उस वेले कोई ख्याल नहीं सीगा, लेकिन जब अभ्यास दे उत्ते बैठण लगे, हालांकि उस कुल मालक प्रभु ने बिठाए कि जेड़ा अज भी शब्द रूप होके कण कण दे विच व्यापक है, साडी रखिया करदा है। फिर भी मैं दसदा हुंदा, जद मैं थोड़ा जे इस खेत अंदर बाहर फिर के आके बहिंदा सा तो मन शेर दी तरह शेर दा रूप धार के अगे खड़दा सीगा कि अंदर नहीं वड़न देऊंगा। तो मन नाल मुकाबला जिहड़ा करना है ये भी कोई सूरमा कर सकता है। तो बाबा बिशन दास जद मैं उन्हां दे पास जांदा सा, वो बड़े ही सख्त सन। उन्हां दा लहजा अपना ही सीगा। तो वो एक कहानी सुणाउंदे हुंदे सीगे
कि दो साधु सन, इसे तरह विश्वास दी वो दोने तप करते सन। ਉਹਨਾਂ ਦੇ ਸਤਿਗੁਰਾਂ ਨੇ ਕਿਹਾ ਕਿ 12 ਸਾਲ ਅਗਰ ਤੁਸੀਂ ਤਪ ਅਭਿਆਸ ਕਰੋਗੇ ਤਾਂ ਹੋ ਸਕਦਾ ਤੁਹਾਡੇ ਤੇ ਰਹਿਮ ਹੋਵੇ ਪ੍ਰਮਾਤਮਾ ਦਾ। ਹੁਣ ਦੋਨਾਂ ਦੇ ਬਰਤਨ ਆਪੋ ਆਪਣੇ ਸਨ, ਦੋਨਾਂ ਦੇ ਆਪੋ ਆਪਣਾ ਬੈਕਗਰਾਉਂਡ ਸੀਗਾ। ਤਾਂ ਇੱਕ ਤਾਂ ਬੜਾ ਹੀ ਸ਼ਰਧਾ ਦੇ ਨਾਲ ਲੱਗਿਆ ਰਿਹਾ, ਲੱਗਿਆ ਦੂਸਰਾ ਵੀ ਰਿਹਾ, ਲੇਕਿਨ ਨਾਰਦ ਦਾ ਧਿਆਨ ਹੋਇਆ ਕਿਤੇ ਉਸ ਪਾਸੇ ਦੀ ਲੰਘ ਰਿਹਾ ਸੀਗਾ ਜਿਸ ਰਸਤੇ ਤੋਂ ਤਪ ਕਰਦੇ ਸੀਗੇ। ਉਹਨਾਂ ਨੇ ਸੋਚਿਆ ਵੀ ਸਾਧੂ ਤਪ ਕਰਦੇ ਆ, ਚਲੋ ਦਰਸ਼ਨ ਕਰ ਚੱਲੀਏ। ਜਦ ਉਹਨਾਂ ਦੇ ਉਹ ਪਾਸ ਗਿਆ, ਜਿਹੜਾ ਤਾਂ ਸ਼ਰਧਾਲੂ ਸੀ, ਮਜ਼ਬੂਤ ਸੀ ਇਰਾਦੇ ਦਾ ਕਿ ਜੋ ਗੁਰਾਂ ਨੇ ਕਿਹਾ ਉਹ ਸੱਚ ਹੈ, ਬ੍ਰਹਮੰਡ ਪਲਟ ਜਾਏ ਸੰਤ ਬਚਨ ਪਲਟੇ ਨਹੀਂ। ਉਹਨੇ ਤਾਂ ਨਾਰਦ ਦਾ ਵੀ ਇਹ ਭਗਵਾਨ ਦੇ ਪਾਸ ਜਾਂਦਾ ਆਉਂਦਾ ਹੈ ਤਾਂ ਬੜਾ ਆਦਰ ਕੀਤਾ, ਕਿਉਂਕਿ ਪਿਆਰੇ ਦਾ ਪਿਆਰਾ ਵੀ ਪਿਆਰਾ ਹੁੰਦਾ ਹੈ। ਸਿੱਖਾਂ ਨਾਲ ਪਿਆਰ ਕੌਣ ਕਰਦਾ ਹੈ? ਜਿਹਦਾ ਗੁਰੂ ਨਾਲ ਹੈ। ਉਹਨੂੰ ਪਤਾ ਹੈ ਕਿ ਇਹ ਗੁਰੂ ਦਾ ਸ਼ਿਸ਼ ਹੈ, ਇਹਦੇ ਅੰਦਰ ਗੁਰੂ ਬੈਠਾ ਹੈ। ਗੁਰਸਿੱਖ ਨੂੰ ਦੇਖਦਾ, ਉਹਨੂੰ ਚਾਅ ਚੜ ਜਾਂਦਾ ਹੈ। ਇੱਕ ਦੂਜੇ ਦੇ ਚਰਨਾਂ ਉੱਤੇ ਉਹ ਦੋਨੇ ਇੱਕ ਦੂਜੇ ਦਾ ਸਤਿਕਾਰ ਕਰਦੇ ਹੈ। ਤੋ ਜਿਸ ਨੂੰ ਸਿੱਖ ਨੂੰ ਨਿਉਣਾ ਭੁੱਲ ਜੇ, ਉਸ ਅਭਿਮਾਨੀ ਦੇ ਅੰਦਰ ਗੁਰੂ ਪ੍ਰਗਟ ਨਹੀਂ ਹੁੰਦਾ। ਇਸ ਵਾਸਤੇ ਇੱਕ ਨੇ ਤਾਂ ਬੜਾ ਸਤਿਕਾਰ ਕੀਤਾ ਕਿ ਨਾਰਦ ਭਗਵਾਨ ਦੇ ਦੇਸ਼ ਜਾਂਦਾ ਹੈ। ਦੂਸਰੇ ਨੇ ਕਿਹਾ ਕਿ ਮੈਨੂੰ ਇਤਨਾ ਚਿਰ ਹੋ ਗਿਆ ਤਪ ਕਰਦੇ ਨੂੰ, ਇਹ ਕਿਹੜਾ ਤਪ ਕਰਦਾ ਹੈ, ਮੈਨੂੰ ਕੀ ਲੋੜ ਹੈ ਇਸ ਨੂੰ ਉੱਠਣ ਦੀ। ਤੋਂ ਪਹਿਲੇ ਨੇ ਆਸਣ ਦੇ ਕੇ ਬਿਠਾਇਆ ਸੀਗਾ। ਤੋਂ ਪਹਿਲੇ ਦਾ ਸਵਾਲ ਇਹ ਸੀਗਾ ਕਿ ਨਾਰਦ ਜੀ ਤੁਸੀਂ ਭਗਵਾਨ ਪਾਸ ਜਾਂਦੇ ਹੋ, ਬੇਨਤੀ ਤਾਂ ਕਰਿਓ ਕਿ ਮੇਰੇ ਦਿਲ ਅੰਦਰ ਬੜੀ ਸ਼ਰਧਾ ਹੈ, ਮੈਨੂੰ ਇਸੇ ਤਰ੍ਹਾਂ ਤਪ ਅਭਿਆਸ ਵਿੱਚ ਲਾਈ ਰੱਖਣ। ਉਹਦਾ ਇਹ ਸਵਾਲ ਨਹੀਂ ਸੀ ਕਿ ਮੈਨੂੰ ਮਿਲੇਗਾ ਜਾਂ ਨਹੀਂ ਮਿਲੇਗਾ, ਇਹ ਸੀ ਕਿ ਮੈਨੂੰ ਕਰਨੀ ਵਿੱਚ ਲਾਈ ਰੱਖਣ। ਦੂਸਰਾ ਨਾਰਦ ਨੂੰ ਕਹਿਣ ਲੱਗਿਆ, ਦੇਖ ਬਈ ਮੈਨੂੰ 12 ਸਾਲ ਹੋ ਗਏ ਆ, ਜੋ ਕਿਹਾ ਸੀ ਮੈਂ ਉਹ ਕਰ ਲਿਆ ਹੈ। ਹੁਣ ਤੂੰ ਜਾਨਣਾ, ਤੂੰ ਪੁੱਛੀ ਕਿ ਮੈਨੂੰ ਦਰਸ਼ਨ ਦੇਵੇਗਾ ਭਗਵਾਨ ਜਾਂ ਨਹੀਂ ਦੇਵੇਗਾ। ਜਦ ਭਗਵਾਨ ਦੇ ਪਾਸ ਨਾਰਦ ਗਿਆ, ਉਹਨਾਂ ਨੇ ਕਿਹਾ ਬਈ ਦੇਖ ਤੂੰ ਮਾਤਲੋਕ ਵਿੱਚੋਂ ਆਇਆ ਹੈ, ਉੱਥੇ ਸੁਣਾ, ਕੋਈ ਮੈਨੂੰ ਵੀ ਯਾਦ ਕਰਦਾ ਹੈ। ਉਹਨਾਂ ਨੇ ਬੜਾ ਪਿਆਰ ਨਾਲ ਕਿਹਾ ਕਿ ਹਾਂ ਜੀ, 2 ਸਾਧੂ ਬੜਾ ਕਠਿਨ ਤਪ ਕਰਦੇ ਹੈ, ਉਹ ਮੈਨੂੰ ਮਿਲੇ ਸਨ। ਇੱਕ ਨੇ ਤਾਂ ਇਹ ਬੇਨਤੀ ਕਰੀ ਕਿ ਮੈਨੂੰ ਤੁਸੀਂ ਕਰਨੀ ਵਿੱਚ ਲਾਈ ਰੱਖਿਓ, ਤੁਹਾਡੇ ਸਹਾਰੇ ਨਾਲ ਹੀ ਮੈਂ ਕਰਨੀ ਵਿੱਚ ਲੱਗ ਸਕਦਾ ਹੈ, ਨਹੀਂ ਮੇਰੀ ਕੀ ਤਾਕਤ ਹੈ। ਔਰ ਦੂਸਰੇ ਨੇ ਇਹ ਕਿਹਾ ਕਿ ਮੈਨੂੰ 12 ਸਾਲ ਗੁਰੂ ਨੇ ਬਤਾਇਆ ਸੀਗਾ ਤਪ ਕਰਨ ਵਾਸਤੇ, ਮੈਂ ਪੂਰੇ ਕਰ ਲਏ ਹੈ, ਕਿ ਮੈਨੂੰ ਦਰਸ਼ਨ ਹੋਣਗੇ। ਉਹ ਸਾਡੇ ਅੰਦਰ ਬੈਠਾ ਮਾਲਕ ਸਾਡੇ ਦਿਲਾਂ ਦੀਆਂ ਜਾਣਦਾ ਹੈ। ਉਹ ਕਹਿੰਦੇ ਨਾਰਦਾ, ਜਿਸ ਨੇ ਤਾਂ ਇਹ ਕਿਹਾ ਵੀ ਮੈਂ ਨਿਰਬਲ ਹਾਂ, ਮੈਥੋਂ ਕਰ ਨਹੀਂ ਕਰਾਵੇ, ਉਹਨੂੰ ਕਹੀਂ ਮੈਂ ਬੜੀ ਜਲਦੀ ਉਸ ਨੂੰ ਮਿਲਣ ਵਾਲਾ ਹੈ, ਮੈਨੂੰ ਮਿਲ ਕੇ ਉਸ ਨੂੰ ਖੁਸ਼ੀ ਹੋਏਗੀ। ਪਰ ਉਹ ਜਿਸ ਪਿੱਪਲ ਦੇ ਨੀਚੇ ਤਪ ਕਰ ਰਿਹਾ ਹੈ ਨਾ, ਉਸ ਦੇ ਉਹ ਪੱਤੇ ਗਿਣ ਲਵੇ, जितने वो पत्ते है उतने साल तप करेगा, करनी करेगा तो मैं फिर मिलूंगा। जब दूसरे पास गया, वो कहता क्यों बई नारद तू गया सी, कोई है भगवान दा मेरे वास्ते संदेश, की कहते है, मिलन गए या नहीं मिलते।
ਉਹ ਕਹਿਣ ਲੱਗਿਆ ਬਈ ਤੈਨੂੰ ਇੱਕ ਬਰਸ ਵਾਸਤੇ ਕਿਹਾ ਵੀ ਹੋਰ ਤਪ ਕਰੇਗਾ ਤਾਂ ਮਿਲ ਜਾਊਂਗਾ। ਹੁਣ ਉਹ ਗੁੱਸੇ 'ਚ ਸੀਗਾ ਕਿਉਂਕਿ ਕੋਈ ਭਰੋਸਾ ਨਹੀਂ ਸੀ। ਉਹ ਕਹਿੰਦਾ ਗੁਰੂ ਦਾ ਫਿਰ ਕਿਹਾ ਝੂਠਾ ਹੋ ਗਿਆ। 12 ਸਾਲ ਕਹੇ ਸੀਗੇ, ਮੈਂ 12 ਕਰਤੇ ਆ ਪੂਰੇ। ਉਹਨੇ ਨਾਰਦ ਮਗਰ ਵੀ ਬੁਰਾ ਭਲਾ ਬੋਲਿਆ, ਗੁਰੂ ਨੂੰ ਵੀ ਬੋਲਿਆ। ਉਹ ਜਿਹੇ ਜਿਹਾ ਸੀ ਉਹੋ ਜਿਹਾ ਹੀ ਰਹਿ ਗਿਆ। ਜਿਹੜਾ ਉਹ ਦੂਸਰੇ ਨੂੰ ਸੰਦੇਸ਼ ਦਿੱਤਾ ਸੀਗਾ ਕਿ ਬਈ ਪਿੱਪਲ ਦੇ ਪੱਤੇ ਗਿਣ ਲੈ, ਇਤਨੇ ਸਾਲ ਅਗਰ ਕਰਨੀ ਕਰੇਗਾ ਤਾਂ ਫੇਰ ਉਹ ਮਿਲਣਗੇ। ਉਹ ਉੱਠ ਕੇ ਨੱਚਣ ਲੱਗ ਪਿਆ ਖੁਸ਼ੀ ਦੇ ਵਿੱਚ। ਕਿਆ ਹਾ ਭਗਵਾਨ ਨੇ ਕਰਾਰ ਤਾਂ ਕੀਤਾ ਹੈ। ਤਾਂ ਇਸੇ ਤਰ੍ਹਾਂ ਸੰਤ ਮਤ ਦਾ ਅਸੂਲ ਹੈ ਕਿ ਗਿਣਤੀ ਨਾ ਕਰਨੀ। ਅਸੀਂ ਕਹਿ ਦਿੰਦੇ ਹਾਂ ਜੀ ਸਾਨੂੰ 40 ਸਾਲ ਹੋ ਗਏ, ਕੋਈ ਕਹਿੰਦਾ ਜੀ 50 ਸਾਲ ਹੋ ਗਏ ਨਾਮ ਲਏ ਨੂੰ। ਤਾਂ ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਮੇਰੀ ਜ਼ਿੰਦਗੀ 'ਚ ਬਾਬਾ ਜੈਮਲ ਸਿੰਘ ਦਾ ਨਾਮ ਲੇਵਾ ਵੀ ਮਿਲਿਆ। ਉਹਦਾ ਨਾਮ ਵੀ ਜੈਮਲ ਸਿੰਘ ਹੀ ਸੀਗਾ, ਬਜ਼ੁਰਗ ਸੀਗਾ। ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਅੰਦਰ ਚੰਗਿਆੜਾ ਨਹੀਂ ਦੇਖਿਆ। ਤਾਂ ਵੱਡੇ ਮਹਾਰਾਜ ਕਹਿੰਦੇ ਸੀ ਇਹ ਕਸੂਰ ਕਿਹਦਾ ਬਈ, ਜਦ ਸੰਤਾਂ ਨੇ ਰਸਤਾ ਬਤਾਤਾ ਹੈ, ਹੁਣ ਚੱਲਣਾ ਤਾਂ ਅਸੀਂ ਹੈ। ਜੇ ਪੁੱਛੀਏ ਅਭਿਆਸ ਕਿੰਨਾ ਕੁ ਕਰਦੇ ਹੋ, ਕਹਿੰਦੇ ਜੀ ਕਦੇ ਕਦੇ ਅੱਧਾ ਕੁ ਘੰਟਾ, ਉਹ ਵੀ ਕਦੇ ਕਦੇ। ਤੁਸੀਂ ਸੋਚ ਕੇ ਦੇਖ ਲਓ ਜੇ 5-4 ਘੰਟੇ ਵੀ ਰੋਜ਼ ਕਰੀਏ ਤਾਂ ਫਿਰ ਵੀ ਦੁਨੀਆਦਾਰੀ ਦਾ ਪਾਲੜਾ ਭਾਰਾ ਰਹੇਗਾ। ਅਭਿਆਸੀ ਤਾਂ ਨਾ ਤਿਥਵਾਰ ਗਿਣ ਸਕਦਾ ਹੈ, ਨਾ ਟਾਈਮ ਗਿਣ ਸਕਦਾ ਕਿ ਮੇਰਾ ਟਾਈਮ ਕਿਵੇਂ ਬੀਤਿਆ ਹੈ। ਸੋ ਇਸ ਵਾਸਤੇ ਕਬੀਰ ਸਾਹਿਬ ਇਹ ਛੋਟੇ ਜਿਹੇ ਸ਼ਬਦ ਦੇ ਵਿੱਚ ਦੱਸਦੇ ਆ ਕਿ ਵੀ ਪਿਆਰਿਓ, ਡਗਮਗ ਡੋਲਣ ਦੀ ਜੋ ਚਾਲ ਹੈ ਉਸ ਨੂੰ ਛੱਡੋ। ਮਜ਼ਬੂਤ ਹੋ ਕੇ ਜੋ ਪਿੱਛੇ ਵਕਤ ਗਿਆ ਹੈ ਉਸ ਦੇ ਤੁਸੀਂ ਉਹ ਤਾਂ ਟਪਾਤਾ, ਜੇ ਆਉਣ ਵਾਲਾ ਵਕਤ ਹੈ ਇਹਦੇ ਵਿੱਚ ਤੁਸੀਂ ਮਜ਼ਬੂਤ ਹੋ ਕੇ ਆਪਣੇ ਅਭਿਆਸ ਵਿੱਚ ਲੱਗੋ। हाँ भाई। चेतावनी और उपदेश कबीर साहिब की शब्दावली भाग पहला, पन्ना नंबर 26, शब्द 22वां। छाड़ दे मन बोरा डगमग, छाड़ दे मन बोरा डगमग, अब तो जरे मरे बने आवे, लीनो हाथ ਸਿੰਘੋਰਾ। ਹੁਣ ਆ ਪਿਆਰ ਨਾਲ ਕਹਿੰਦੇ ਹੈ ਕਿ ਸਾਨੂੰ ਡਗਮਗ ਜੋ ਬੈਠਣ ਉੱਠਣ ਦੀ ਚਾਲ ਹੈ ਕਿ ਡਿੱਗ ਪਏ, ਕਦੇ ਖੜ ਗਏ, ਕਦੇ ਵਿਆਹ 'ਚ ਲੱਗ ਗਏ, ਕਦੇ ਹਟ ਗਏ, ਉਹ ਕਹਿੰਦੇ ਛੱਡ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਹੁਣ ਵੀ ਕਿਤੇ ਕਿਤੇ ਰਾਜਸਥਾਨ ਦੇ ਵਿੱਚ ਪਿੱਛੇ ਜੇ ਐਸਾ ਵਾਕਿਆ ਹੋਇਆ ਸੀਗਾ ਸਤੀ ਹੋਣ ਦਾ, ਲੇਕਿਨ ਉਸ ਤਰ੍ਹਾਂ ਦਾ ਸਤੀ ਹੋਣਾ ਸੰਤ ਮਤ ਵਿੱਚ ਸੰਤਾਂ ਨੇ ਸਦਾ ਹੀ ਮੁਖਾਲਫਤ ਕੀਤੀ ਹੈ। ਕਬੀਰ ਸਾਹਿਬ ਨੇ ਕਿਹਾ ਸੀ ਕਿ ਸਤੀ ਉਹ ਨਹੀਂ ਜਿਹੜੀ ਅੱਗ ਵਿੱਚ ਸੜ ਜਾਵੇ, ਸੂਰਮਾ ਉਹ ਨਹੀਂ ਜਿਹੜਾ ਮੈਦਾਨੇ ਜੰਗ ਵਿੱਚ ਜਾ ਕੇ ਲੋਕਾਂ ਨੂੰ ਮਾਰੇ। ਸਤੀ ਕੌਣ ਹੈ? ਜੋ ਬਿਰੇ ਦੀ ਅਗਨ ਵਿੱਚ ਸੜਦੀ ਹੈ। ਸੂਰਮਾ ਕੌਣ ਹੈ? ਜੋ ਇਹਨਾਂ 5 ਬਕਾਰਾਂ ਨਾਲ, ਮਨ ਨਾਲ, ਵਿਸ਼ੇ ਬਕਾਰਾਂ ਨਾਲ ਲੜਦਾ ਹੈ। ਤਾਂ ਉਸ ਵਕਤ ਜਦੋਂ ਇਹ ਸਤੀ ਦੀ ਰਸਮ ਪੰਡਤ ਲੋਕਾਂ ਨੇ ਬੜੇ ਜ਼ੋਰ ਦੀ ਚਲਾਈ ਹੋਈ ਸੀ, ਉਸ ਵਕਤ ਉਸ ਨੂੰ ਇੱਕ ਨਾਰੀਅਲ ਦੇ ਦਿੰਦੇ ਸੀਗੇ। ਸਾਰਾ ਹੀ ਰੀਤੀ ਰਿਵਾਜ ਜੋ ਉਹਨਾਂ ਦਾ ਸੀਗਾ ਉਹ ਬਣਾ ਕੇ ਨਾਰੀਅਲ ਦੇ ਦੇਣਾ। ਜਿਹੜਾ ਵੀ ਆਉਂਦਾ ਸੀਗਾ ਉਹਨੂੰ ਪਤਾ ਸੀਗਾ ਬਈ ਇਹ ਹੁਣ ਜਲਣ ਵਾਸਤੇ ਚੱਲੀ ਹੈ। ਤੋ ਜੇ ਅੱਗੇ ਜਾ ਕੇ ਉਹ ਅੱਗ ਦਾ ਤਾਅ ਦੇਖ ਕੇ, ਸੇਕ ਦੇਖ ਕੇ ਉਹ ਭੱਜ ਜਾਵੇ ਤੇ ਹਿੰਦੂ ਲੋਕ ਆਪਣੇ ਅਕੀਦੇ ਦੇ ਮੁਤਾਬਕ ਉਹਨੂੰ ਘਰ ਵਿੱਚ ਨਹੀਂ ਰੱਖਦੇ ਸੀਗੇ, ਤੋ ਭੰਗੀਆਂ ਦੇ ਹਵਾਲੇ ਕਰਦੇ ਸਨ। ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਆ ਵੀ ਉਹ ਸਤੀ ਨਹੀਂ ਜਿਹੜੀ ਅੱਗ ਵਿੱਚ ਜਲੇ, ਉਹ ਸੂਰਮਾ ਨਹੀਂ ਜਿਹੜਾ
ਮੈਦਾਨੇ ਜੱਗ ਵਿੱਚ ਜਾ ਕੇ ਲੜਦਾ ਹੈ। ਅਸਲੀ ਸੂਰਮਾ, ਅਸਲੀ ਸਤੀ ਉਹ ਹੈ ਜਿਹੜੀ ਬਿਰੋਂ ਚੋਟ ਦੇ ਵਿੱਚ ਮਰਦੇ ਹੈ। ਗੁਰੂ ਨਾਨਕ ਨੇ ਵੀ ਕਿਹਾ, ਸਤੀਆਂ ਇਹ ਨਾ ਆਖੀਏ ਮੜਿਆਂ ਲੱਗ ਚਲਨ। ਜੋ ਮੜੀਆਂ ਵਿੱਚ ਜਾ ਕੇ, ਸਿਵਿਆਂ ਵਿੱਚ, ਕਬਰਾਂ ਵਿੱਚ ਜਾ ਕੇ ਜਲਦੀਆਂ, ਉਹ ਸਤੀਆਂ ਨਹੀਂ। ਸਤੀਆਂ ਸੇ ਨਾਨਕਾ ਜੋ ਬਿਰਹੋਂ ਚੋਟ ਜਲਨ। ਕਿਉਂਕਿ ਸੰਤਾਂ ਨੇ ਜਦ ਬਾਣੀ ਲਿਖੀ ਹੈ, ਜ਼ਿਆਦਾਤਰ ਉਹਨਾਂ ਨੇ ਪਤੀ ਪਤਨੀ ਦਾ ਰਿਸ਼ਤਾ ਲਿਆ ਹੈ। ਪਤਨੀ ਆਤਮਾ ਨੂੰ ਬਿਆਨ ਕੀਤਾ ਹੈ, ਪਤੀ ਉਹ ਸ਼ਬਦ ਨੂੰ ਬਿਆਨ ਕੀਤਾ ਹੈ। ਜਿਸ ਤਰ੍ਹਾਂ ਸਾਡੀ ਆਤਮਾ ਦੇ ਅੰਦਰ ਜਦ ਇਤਨੀ ਤੜਫ ਆ ਜਾਵੇ ਕਿ ਮੇਰਾ ਪਤੀ ਪਰਮਾਤਮਾ ਮੇਰੇ ਅੰਦਰ ਹੈ, ਮੈਂ ਉਸ ਨੂੰ ਮਿਲੀ ਨਹੀਂ, ਕਿੰਨਾ ਅਫਸੋਸ ਹੈ। ਏਕ ਸੰਗਤ ਏਕਤ ਗ੍ਰਹਿ ਵਸਦੇ, ਮਿਲ ਬਾਤ ਨਾ ਕਰਦੇ ਭਾਈ। ਮੀਆਂ ਬੀਬੀ ਇੱਕੇ ਛੇਜ ਤੇ, ਆਤਮਾ ਔਰ ਸ਼ਬਦ ਪਰਮਾਤਮਾ ਇੱਕੇ ਹੀ ਸਰੀਰ ਵਿੱਚ ਹੈ, ਲੇਕਿਨ ਮਲਾਪ ਨਹੀਂ ਗਾ। ਏਕ ਸੰਗਤ ਏਕਤ ਗ੍ਰਹਿ ਵਸਦੇ, ਮਿਲ ਬਾਤ ਨਾ ਕਰਦੇ ਭਾਈ। ਨਾ ਔਰਤ ਨੇ ਪਤੀ ਨੂੰ ਦੇਖਿਆ ਤੇ ਨਾ ਇਹ ਸੁਹਾਗਣ ਹੋਈ। ਕਿਆ ਆਤਮਾ ਨੇ ਨਾ ਪਰਮਾਤਮਾ ਨੂੰ ਸ਼ਬਦ ਨਾਲ ਮਿਲਾਪ ਕੀਤਾ, ਨਾ ਇਹਨੂੰ ਸਦਾ ਦਾ ਸੁਹਾਗ ਆਤਮਾ ਨੂੰ ਮਿਲਿਆ। ਇਸ ਵਾਸਤੇ ਕਿਉਂਕਿ ਅੰਦਰ ਅਲਖ ਨਾ ਜਾਈ, ਲਖਿਆ ਵਿੱਚ ਪੜਦਾ ਹੋਮੈ ਪਾਈ। ਸਾਡੇ ਔਰ ਪਰਮਾਤਮਾ ਦੇ ਦਰਮਿਆਨ ਅਗਰ ਕੋਈ ਰੁਕਾਵਟ ਹੈ, ਉਹ ਸਾਡਾ ਮਨ ਹੈ, ਸਾਡੀ ਹਉਮੈ ਹੰਕਾਰ ਹੈ। ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਹੈ ਕਿ ਜਦ ਅਸੀਂ ਸੰਤ ਮਤ ਦੇ ਵਿੱਚ ਆ ਗਏ हैं, ਨਾਮ ਪ੍ਰਾਪਤ ਕਰ ਲਿਆ ਹੈ, तो एक किस्म का साढ़े हाथ ਵਿੱਚ ਉਹ ਸੰਧੌਰਾ ਨਾਰੀਅਲ ਆ ਗਿਆ है। अब तो जरे मरे सिद्ध पाई है। गुरु नानक ने भी कहा, गाहां को तरांग पिछा फेरना मोह डड़ा। हुण तां अगे जो होए सो होए। हाँ भाई। अब तो जरे मरे बन आवे, लियनो हाथ सिंधोरा। प्रीत प्रतीत करो दृढ़ गुरु की, सुनो शब्द कन कोरा। सब तो पहला गुरु ना प्यार, फिर उसते प्रतीत। जैसे मैं थानू पहले ही मिसाल दी सी, जे सानू भरोसा ही नहीं, प्रीत ही नहीं, तो अगे रस्ता ही नहीं चलता गा। जे मकान दी नींव ही मजबूत नहीं, मकान किस तरह खड़ेगा प्यारियो। सब तो पहला प्रतीत, प्रीत, फिर जो सानू प्रीत है, प्रतीत है, तो जेड़ा वो साडे प्यारे ने काम दिता है, असी किस तरह बोझा समझांगे। तो फिर असी हौली हौली उस शब्द नू, क्योंकि संतां ने सानू ये तां नहीं किया भी तुसी प्रीत और प्रतीत बना के बैठे रहो, नहीं कहते। फिर जो तुहानू दस्या गया है, 9 द्वारियां नू खाली करो सिमरन दे जरिए। ਤੁਹਾਡੇ ਅੰਦਰੋਂ परमात्मा ਦੇ ਦਰਬਾਰ 'ਚ ਉੱਠ ਕੇ ਆਵਾਜ਼ ਅੱਖਾਂ ਪਿੱਛੇ ਆ ਰਹੀ ਹੈ, ਫਿਰ ਉਸ ਨੂੰ ਰੋਜ਼-ਰੋਜ਼ ਸੁਣੋ। ਅਨਹਦ ਘੰਟਾ ਸੁਣ ਸੁਣ ਰੀਝੋ। जैसे सुनोगे ऐसे ही ਤੁਹਾਡੇ ਅੰਦਰੋਂ ਆਵਾਜ਼ ਆਉਣੀ ਸ਼ੁਰੂ ਹੋਏਗੀ। अगर तुसी सुनते ही नहीं तो थानू सुनाई की देवेगा जी। प्रीत प्रतीत करो दृढ़ गुरु की, सुनो शब्द घन घोरा। होई निसंक मगन होवे नाचे, लोभ मोह परम छाड़े। की है लोभ छड़ दियो, क्योंकि लोभी आदमी ना सत्संग विच आउंदा है, ना अभ्यास ही करदा है,
ਉਹਦੇ ਇਹ ਦਿਮਾਗ 'ਚ ਆਉਂਦਾ ਹੈ ਕਿ ਜੇ ਮੈਂ ਸਤਸੰਗ ਵਿੱਚ ਗਿਆ ਕਾਰੋਬਾਰ 'ਚ ਘਾਟਾ ਪੈ ਜਾਏਗਾ, ਇਤਨੇ ਚਿਰ 'ਚ ਮੈਂ ਇਹ ਕੰਮ ਕਰ ਲੈਣਾ ਹੈ। ਲੇਕਿਨ ਕਬੀਰ ਸਾਹਿਬ ਇੱਕ ਜਗ੍ਹਾ ਇਹ ਵੀ ਕਹਿੰਦੇ ਹੈ, ਤੁਸੀਂ ਦੇਖੋ ਪੰਛੀਆਂ ਦੇ ਕੀ ਹੈ, ਹੱਥ ਨਹੀਂ, ਪੈਰ ਨਹੀਂ, ਕੋਈ ਜਾਇਦਾਦ ਨਹੀਂ, ਉਹਨਾਂ ਨੂੰ ਵੀ ਉਹਨਾਂ ਦੀ ਚੁੰਝ ਦੇ ਮੁਤਾਬਕ ਉਹ ਖਾਣਾ ਦਿੰਦਾ ਹੈ। ਤਾਂ ਉਹ ਦਿੰਦਾ ਸਾਨੂੰ ਵੀ ਹੈ, ਲੇਕਿਨ ਅਸੀਂ ਇਹ ਭਰੋਸਾ ਨਹੀਂ ਕਰਦੇਗੇ। ਤੋ ਲੋਭ ਨੂੰ ਛੱਡੋ, ਕ੍ਰੋਧ ਨੂੰ ਛੱਡੋ, ਕਿਉਂਕਿ ਕ੍ਰੋਧੀ ਅੰਦਰ स्वामी जी महाराज ने कहा धुन नहीं प्रगट हो सकती है। क्रोधी का ख्याल फैलिया हुंदा है, ये धुन है तुर अदर लोग की कोई पकड़े संत सिपाही। होई निसंक मगन होवे नाचे, लोभ मोह परम छाड़े, सूरा कहा मरन सो डर पे, सती न संचय पाड़े। थोड़ा प्यार ना कहते है कि जद सूरमा वो कहदा है जेड़ा मैदाने जंग नू देख के दुश्मन दा जोर ज्यादा है वो डर जावे, पिछे आ जावे ते उसदी अपकीरत हुंदी है, अपजस हुंदा है। तो सती घर दा समान नहीं सामदी जद जलन वास्ते जांदी है। इसे तरह साडी आत्मा दी हालत हुंदी है कि जद इहदे अंदर बिरह जाग पैंदी है, तड़प पैदा हो जाती है। तो ਇਹਦੇ ਅੰਦਰੋਂ ਵੀ ਜਿਹੜੇ ਇਹ ਵਿਰੋਧੀ ਤਾਕਤਾਂ ਹਨ ਇਹਨੂੰ ਰੋਕਣ ਵਾਲੀਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪਰਲਾ ਕੇ ਉੱਡ ਜਾਂਦੇ ਹੈ। ਇਹਦਾ ਵੀ ਐਸਾ ਅੰਦਰੋਂ ਜਿਹੜਾ ਉਹ ਖਿਆਲ ਹੈ ਉਹ ਪੈਦਾ ਹੀ ਨਹੀਂ ਹੁੰਦਾਗਾ ਕਿ ਕੀ ਹੋਏਗੀ, ਕੈਸੇ ਗੁਜ਼ਰ ਹੋਏਗੀ। ਉਹਨੂੰ ਪਤਾ ਹੈ। ਵੱਡੇ ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀਗੇ ਕਿ ਦੇਖੋ ਵੀ ਪਿਆਰਿਓ, ਜਿਹਦੇ ਬੂਹੇ ਤੇ ਬੈਲ ਖੜਾ ਹੈ ਉਸ ਘਰ ਵਾਲੇ ਨੂੰ ਸਾਰਾ ਫਿਕਰ ਹੈ ਕਿ ਕਦ ਪਾਣੀ ਪਿਲਾਉਣਾ ਹੈ, ਕਦ ਇਹਨੂੰ ਚਾਰਾ ਚਾਰਨਾ ਹੈ। तो साडा ਕੰਮ है कि कोई शंका ना रहे कि पता नहीं सानू दर्शन होणगे या नहीं होणगे। नहीं, अगर सानू भरोसा है, प्रतीत है, तो फिर क्यों नहीं बई होणगे। वो बेइंसाफ नहीं, वो साडे अंदर ही बैठा है, अंदरों ही उसने पर्दा खोलना है। सो इस वास्ते आपने सती और सूरमे की मिसाल देके समझाया है जी। सूरा कहाँ मरन सो डर पे, सती न संचय पांडे। लोक लाज कुल की मर्यादा, यही गले में फांसी। लोक लाज कुल मर्यादा, सानू पता है ये कितनी बड़ी जबरदस्त फांसी है कि सानू इस पासे यही वड्डी तो वड्डी रुकावट है। जद असी बचपने दे विच भगती वाले पासे लगते हैं तो सब तो पहला तो साडे माता पिता भैन भरा ही सानू ताना मेना करते हैं कि तू किहड़े पासे लग गया है, तेरा तो खाण पीण दा टाइम है, तेरा पहनण दा टाइम है। तो भगती तो बुढ़े करते हैं क्योंकि हर समाज विच रिवाज हुंदा है। मैं सिखां दे भी देखिया है, मुसलमानां दे भी देखिया है, हिंदुआं दे भी देखिया है, ईसाइयां दे भी देखिया है कि बुढ़े ही मंदिरां च बेचारे तुरे फिरदे हैं, तो बच्चे नहीं। अगर कोई बच्चा जाण वास्ते कोशिश करदा ते वो माता पिता कहंदे तुसीं कम कर भाई, तैं की लेना, असीं जाने हैं। सिखां दे है दरबार साहब खुला होवे, प्रकाश होवे, पढ़दे होण तो भाई आके बैठ जाता है, पढ़ता है। तो घर वाले जिहड़े नौजवान है वो कोई सुनने वास्ते नहीं जाएगा।
ਬੁੱਢੇ ਦੀ ਡਿਊਟੀ ਹੁੰਦੀ ਹੈ ਕਿ ਤੂੰ ਇੱਥੇ ਬੈਠਾ ਕੀ ਕਰਦਾ, ਤੂੰ ਜਵਾਕ ਲੈ ਕੇ ਉੱਥੇ ਬਹਿ ਜਾ। ਉਹ ਜਵਾਕ ਜਿਹੜੇ ਰੋਂਦੇ ਹੁੰਦੇ ਆ, ਜਿਨ੍ਹਾਂ ਨੂੰ ਉਹ ਵੀ ਪਤਾ ਨਹੀਂਗਾ, ਤੇ ਬੁੜੇ ਨੇ ਉਹ ਜਵਾਕ ਬਰਾਉਣ ਵਾਸਤੇ ਉੱਥੇ ਬੈਠ ਜਾਣਾ ਹੈ। ਇਹੀ ਮੈਂ ਮੌਲਵੀ ਦੇ ਕੁਰਾਨ ਪੜ੍ਹਦੇ ਦੇਖੇ ਹੈ। ਇਹੀ ਸਾਡੇ ਈਸਾਈਆਂ ਦੇ ਹੈ ਕਿ ਬੁੱਢੇ ਲੋਕ ਚਰਚ ਵਿੱਚ ਜਾਣਗੇ, ਨੌਜਵਾਨ ਨਹੀਂ। ਉਹ ਸਿਨੇਮਿਆਂ 'ਚ ਹੋਣਗੇ ਜਾਂ ਉਸ ਵੇਲੇ ਟੈਲੀਵਿਜ਼ਨ ਦੇ ਅੱਗੇ ਬੈਠੇ ਹੋਣਗੇ। ਅਗਰ ਕੋਈ ਭਾਗ ਵਾਲਾ ਕਿਸੇ ਦਾ ਬੱਚਾ ਇਸ ਪਾਸੇ ਜਾਵੇ ਤਾਂ ਸਭ ਤੋਂ ਪਹਿਲਾਂ ਤਾਂ ਮਾਤਾ ਪਿਤਾ ਕਹਿੰਦੇ ਹੈ ਬਈ ਤੂੰ ਕਿਹੜੇ ਪਾਸੇ ਲੱਗ ਗਿਆ, ਤੇਰਾ ਤਾਂ ਖਾਣ ਪੀਣ ਦਾ ਮੌਕਾ ਹੈ। ਜਦ ਮੇਰੇ ਵੀ ਮਾਤਾ ਪਿਤਾ ਨੇ ਐਸੀ ਗੱਲ ਕਹੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਮਾਤਾ ਤੂੰ ਲੱਕੜੀਆਂ ਜਲਾਉਣੀ ਹੈ, ਮੈਂ ਦੇਖਦਾ ਕਿ ਛੋਟੀਆਂ ਪਹਿਲਾਂ ਜਲਦੀਆਂ, ਬੜੀਆਂ ਨੂੰ ਮਗਰੋਂ ਲੱਗਦੀ ਹੈ। ਕੀ ਪਤਾ ਹੈ ਮੌਤ ਮੈਨੂੰ ਪਹਿਲਾਂ ਆਵੇ, ਜਵਾਨੀ ਮਾਣੀਏ ਹੀ ਨਾ। ਇਹ ਅਸੀਂ ਸਾਡੇ ਉਦੋਂ ਖਿਆਲ ਐਸੇ ਪੈਦਾ ਹੁੰਦੇ ਜਦ ਆਦ ਕਰਤਾ ਪਰਮਾਤਮਾ ਦਿਆ ਕਰੇ, ਨਹੀਂ ਤਾਂ ਅਸੀਂ ਇਹਨਾਂ ਗੱਲਾਂ 'ਚ ਹੀ ਰੁੜ ਜਾਂਦੇ ਹਾਂ। ਉਸ ਤੋਂ ਬਾਅਦ ਸਾਡੇ ਮਾਨ ਪਦਵੀ ਹੈ, ਉਹਦਾ ਵੀ ਜਦ ਅਸੀਂ ਬੜੀ ਪਦਵੀ ਤੇ ਹਾਂ, ਸੰਤਾਂ ਦੇ ਸਤਸੰਗ ਵਿੱਚ ਜਾਵਾਂਗੇ ਤੇ ਲੋਕ ਸਾਨੂੰ ਕੀ ਕਹਿੰਦੇ ਹੈ, ਵੇਖੋ ਕਿੱਡਾ ਪੜ੍ਹਿਆ ਲਿਖਿਆ ਹੈ, ਕਿੱਡਾ ਸਮਝਦਾਰ ਹੈ। ਉਹ ਇਹ ਵੀ ਸਾਦਾ ਮਗਰ ਤੁਰਿਆ ਫਿਰਦਾ ਹੈ। ਉੱਥੇ ਅਸੀਂ ਰੁੜ ਜਾਂਦੇ ਹਾਂ। ਉਸ ਤੋਂ ਬਾਅਦ ਹੁਣ ਜਿਹੜਾ ਤੰਦ ਦੁਨੀਆ ਪਿਟ ਰਹੀ ਹੈ, ਤੁਹਾਨੂੰ ਪਤਾ ਹੀ ਹੈ, ਕਬੀਰ ਸਾਹਿਬ ਨੇ ਕਿਹਾ ਸੀ ਕਬੀਰ ਦੁਨੀਆ ਆਂਧਰੀ, ਦੁਨੀਆ ਅੰਧੀ ਹੈ, ਇਹਨੂੰ ਕੌਣ ਸਮਝਾਵੇ। ਕਿਸ ਤਰ੍ਹਾਂ ਜਿਵੇਂ ਗਊ ਅੰਧੀ ਹੁੰਦੀ ਹੈ, ਗਊ ਦਾ ਵੱਛਾ ਮਰ ਜਾਂਦਾ ਹੈ ਤੋ ਜ਼ਿਮੀਂਦਾਰ ਲੋਕ, ਗੁੱਜਰ ਲੋਕ ਦੁੱਧ ਕੱਢਣ ਦੀ ਖਾਤਰ ਉਹਦਾ ਖੱਲ ਲੁਹਾ ਕੇ ਤੇ ਤੂੜੀ ਨਾ ਭਰ ਦਿੰਦੇ ਆ। ਉਹ ਗਊ ਨੂੰ ਨਹੀਂ ਪਤਾ ਵੀ ਇਹਦੇ ਵਿੱਚ ਤਾਂ ਕੁਛ ਵੀ ਨਹੀਂਗਾ, ਉਹ ਚੰਮ ਨੂੰ ਚੱਟਦੀ ਰਹਿੰਦੀ ਹੈ। ਇਹੀ ਹਾਲਤ ਸਾਡੀ ਹੈ। ਆਪ ਹੀ ਅਸੀਂ ਮੂਰਤੀਆਂ ਘੜਦੇ ਹਾਂ, ਆਪ ਹੀ ਦੇਵਤੇ ਬਣਾਉਂਦੇ ਹਾਂ, ਆਪ ਫਿਰ ਉਹਨਾਂ ਤੋਂ ਆਸਾ ਭਾਲਦੇ ਹਾਂ। ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਆ ਕਿ ਇਹਨਾਂ ਚੀਜ਼ਾਂ ਤੋਂ ਤੁਸੀਂ ਪਰਹੇਜ਼ ਕਰੋ। ਵੱਡੇ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਕਿਉਂਕਿ ਪਹਿਲਾਂ ਸਾਡੇ ਪੰਜਾਬ ਅੰਦਰ ਕੁਲ ਗੁਰੂ ਅੱਜ ਵੀ ਰਾਜਸਥਾਨ ਵਿੱਚ ਆਉਂਦੇ ਹੈ। ਉਹਨਾਂ ਲੋਕਾਂ ਦੀ ਕੁਝ ਫੀਸ ਰੱਖੀ ਹੁੰਦੀ ਹੈ, ਤਾਂ ਘਰ ਘਰ ਮੰਤਰ ਉਹ ਦਿੰਦੇ ਫਿਰਦੇ ਹੈ। तो साडे भी पिछे पंजाब अंदर बहुत सारे सोढी और बेदी उन्होंने लोग मनते सन, साल तो दाने भी दिंदे सन। उन्होंने आके सथ विच बैठ जाना है तो वो पानी कृपान फेर के पिउंदे सन। जो साडे विच थोड़ा बहुता होना वो नमस्कार भी करते स, मत्था भी टेकते स। तो महाराज सावण सिंह आपकी जिंदगी का दसदे हुंदे सीगे कि जदों उन्हां नूं नाम मिल गया ते उन्हां ने उस कुल गुरु नूं अगे तो आदे असीं 1 रुपया दिंदे सी, उदों 10 देते, लै भी सानूं हुण पूरा गुरु मिल गया, हुण तैनूं खेचल करन दी लोड़ नहीं। ਇਹ ਤਾਂ ਉਹ ਸੂਰਮੇ ਸਨ, ਬਹਾਦਰ ਸਨ, ਜਿਨ੍ਹਾਂ ਨੇ ਲੋਕ ਲਾਜ ਤੋੜੀ। ਫਿਰ ਉਹ ਕਹਿੰਦੇ ਹੁੰਦੇ ਸੀ ਕਿ ਮੈਂ ਇੱਕ ਦਿਨ ਲੁਧਿਆਣੇ ਸਟੇਸ਼ਨ ਤੇ ਖੜਾ ਸੀਗਾ ਤਾਂ ਬਾਬਾ ਜੀ ਜਾ ਰਹੇ ਸੀਗੇ ਤੇ ਮੈਂ ਬੇਨਤੀ ਕੀਤੀ ਕਿ ਮੇਰਾ ਪਿੰਡ ਨਜ਼ਦੀਕ ਹੀ ਹੈ, ਜੇ ਤੁਸੀਂ ਉੱਥੇ ਚਰਨ ਪਾਓ, ਸਤਸੰਗ ਵੀ ਦਿਓ। ਉਹਨਾਂ ਨੇ ਕਿ ਦਿਆ ਕਰ ਦਿੱਤੀ, ਮੈਂ ਪਿੰਡ ਲੈ ਗਿਆ। ਉੱਥੇ ਲਿਜਾ ਕੇ ਲੋਕਾਂ ਤੋਂ ਡਰਦੇ ਵੀ ਜੇ ਸਵਾਮੀ ਜੀ ਦੀ ਬਾਣੀ ਪੜ੍ਹੀ ਤੇ ਲੋਕ ਖਿਲਾਫ ਕਰਨਗੇ, ਕਿਉਂਕਿ ਉਸ ਵਕਤ ਰਾਧਾ ਸਵਾਮੀ ਨਾਮ ਨੂੰ ਲੋਕ ਸੁਣ ਕੇ ਖੁਸ਼ ਨਹੀਂ ਸਨ। तो दरबार साहब लिया के उस ते सत्संग कराया। तो रात नूं बीबी रुको जो उन्हां दा फुलका तैयार करदी सीगी,
ਉਹ ਕੋਠੇ ਤੇ ਚੜ ਕੇ ਸ਼ਬਦ ਬੋਲਣ ਲੱਗ ਗਏ ਸਵਾਮੀ ਜੀ ਦੀ ਬਾਣੀ ਦੇ। ਉਹ ਕਹਿੰਦੇ ਬਸ ਮੇਰੇ ਅੰਦਰੋਂ ਜਿਹੜੀ ਲੋਕ ਲਾਜ ਸੀ ਪਰਲਾ ਕੇ ਉੱਡ ਗਈ ਕਿ ਉਹਨੂੰ ਮੈਂ ਰੋਕ ਨਹੀਂ ਸਕਦਾ ਸੀਗਾ। ਸੋ ਇਹੀ ਕਬੀਰ ਸਾਹਿਬ ਕਹਿੰਦੇ ਆ ਕਿ ਇਹ ਸਾਡੇ ਅੰਦਰ ਬਹੁਤ ਵੱਡੀ ਰੁਕਾਵਟ ਹੈ, ਲੋਕ ਲਾਜ ਹੈ, ਇਹ ਇੱਕ ਫਾਂਸੀ ਚੜੀ ਹੋਈ ਹੈ, ਇਹਨੂੰ ਕੋਈ ਤੋੜੇ। ਇਹੀ ਬੁੱਲੇ ਦੇ ਪੇਸ਼ ਆਈਆਂ ਸੀ ਜਦ ਬੁੱਲੇ ਨੇ ਛੋਟੀ ਜਾਤੀ ਵਾਲਾ ਗੁਰੂ ਧਾਰਨ ਕਰ ਲਿਆ, ਕਿਉਂਕਿ ਮੁਸਲਮਾਨਾਂ ਦੇ ਅੰਦਰ ਸਜਦ ਲੋਕਾਂ ਪੂਜਾ ਦੇ ਕਾਬਲ ਹੈ, ਪੂਜਦੇ ਹੈ, ਤੇ ਉਹਦਾ ਮੁਰਸ਼ਿਦ ਜਿਹੜਾ ਸੀਗਾ ਉਹ ਔਰਾਈ ਸੀ, ਖੇਤੀਬਾੜੀ ਕਰਨ ਵਾਲਾ। ਭੈਣਾਂ ਭਰਜਾਈਆਂ ਸਭ ਤਾਨੇ ਮਿਹਣੇ ਮਾਰਨ ਲੱਗੇ, ਕੁਨਵਾ ਮਿਹਣੇ ਮਾਰਨ ਲੱਗਿਆ ਕਿ ਐਡੀ ਸਾਡੀ ਜਾਤੀ, ਲੋਕ ਸਾਨੂੰ ਮੰਨਦੇ ਆ, ਪੂਜਦੇ ਆ, ਤੇ ਤੂੰ ਔਰਾਈਆਂ ਕਰਨੀ ਜਾਂਦਾ ਹੈ। ਮੁੱਲਾ ਕਹਿਣ ਲੱਗਿਆ ਜੋ ਮੈਨੂੰ ਸਜਦ ਕਹੇਗਾ ਉਹ ਨਰਕੇ ਜਾਏਗਾ, ਜੋ ਮੈਨੂੰ ਔਰਾਈ ਸੱਦੇਗਾ ਉਹਨੂੰ ਬੇਇੱਜ਼ਤੀ ਜਗ੍ਹਾ ਮਿਲੇਗੀ। ਸੋ ਇਹ ਲੋਕ ਲਾਜ ਕਿਸੇ ਮਹਾਤਮਾ ਦੇ ਵਕਤ ਵਿੱਚ ਉਹਨੂੰ ਜ਼ਿਆਦਾ ਸਾਹਮਣਾ ਕਰਨਾ ਪਿਆ ਕਿ ਇਹਨੂੰ ਥੋੜਾ, ਪਰ ਕਰਨਾ ਸਭ ਨੂੰ ਪੈਂਦਾ ਹੈ। सो ये है लोक लाज कुल की मर्यादा, यही गले में फांसी। हाँ भाई। लोक लाज कुल की मर्यादा, यही गले में फांसी। आगे हवे पग पाछे तरी होए जगत में हासी। आप कहने लगे अगे पैर रख के पीछे हटोगे फिर जगत दी हासी होएगी। कहावत है कि मूरों भाई ने न दिता ते पिछों कुत्ता ले गया। गुरु नू छड़ दईए। कुछ लोग कुछ चिर तां पिठ पिछे कहंदे आ कि जिहड़ा गुरु दा ना बनिया भी ये किहदा बनेगा। हौली हौली ओही लोग मूंह ते ताना देण लग जांदे आ। महाराज सावन दे अगे बहुत सारे सत्संगियां ने शिकायत करनी अगे जी सानू फलाने ने ताना मारदे है, मेणा मारदे है। तो महाराज जी कहंदे भी ओह होर तुहाडी सेवा किस तरह करन, वो तुहानू पक्के करदे है। मेरे पास बहुत सारे आके प्रेमी दसदे है अगे जी सानू ताने ना दसदे है जे असीं नहीं आउंदे कि ऐतकी तुसीं सत्संग ते नहीं गए। तो मैं आख्या भी तुसीं उन्हां दा धन्नवाद करो जिहड़े तुहाडा फिक्र रखदे है भी इस दफा क्यों नहीं गए। ये भी उस मालिक दी गुरुदेव दी दया हुंदी है, मेहर हुंदी है कि साडे अंदर किस तरह चेतना कराई रखदा है। तो इस वास्ते आप कहते हैं भी जे इस पास तुसी पैर रख के अगे फिर पिछे जाने हो तो दुनिया हांसी करेगी। बोले शादी कवाली विच आउंदा है कंबली वाले का दर छोड़ के ना इधर के रे ना उधर के रे जी। आगे होए पग पाछे तरियो होए जगत में हासी। अगन जरे ना सती कहावे रण जूझे न सूरा। बेरे अगन अंतर में जा रे तब पावे पद पूरा। यह संसार सकल जग मैला नाम गहे ते सूचा। कहें कबीर भगत ने कहें
कबीर भगत मत छाड़ो, गिरत परत चढ़ ऊंचा। ਹੁਣ ਆਪ ਪਿਆਰ ਨਾਲ ਕਹਿੰਦੇ ਹੈ ਕਿ ਜਦ ਦਾ ਸੰਸਾਰ ਬਣਿਆ ਹੈ ਅਸੀਂ ਇੱਥੇ ਗੋਤੇ ਖਾ ਰਹੇ ਹਾਂ, ਜੰਮਣ ਮਰਨ ਦੇ ਕਸ਼ਟ ਵਿੱਚ। ਸਵਰਗਾਂ 'ਚ ਗਏ ਹੈ ਤਾਂ ਵੀ ਤਨ ਮਨ ਦਾ ਪਿੰਜਰਾ ਨਾਲ ਹੈ, ਨਰਕਾਂ 'ਚ ਹੈ ਤਾਂ ਵੀ ਤਨ ਮਨ ਪਿੰਜਰਾ ਨਾਲ ਹੈ, ਅਗਰ ਪਸ਼ੂ ਪੰਛੀ ਹੈ ਫਿਰ ਵੀ ਤਨ ਮਨ ਦਾ ਪਿੰਜਰਾ ਸਾਥ ਹੈ। ਇਹ ਪੰਜ ਵਿਕਾਰ ਹਰ ਜੂਨੀ ਨੂੰ ਲੱਗੇ ਹੋਏ ਹੈ। ਚਿੜੀ ਨੂੰ ਅਸੀਂ ਸਾਰਿਆਂ ਤੋਂ ਗਰੀਬ ਜਾਨਵਰ ਗਿਣਦੇ ਹਾਂ। ਤੁਸੀਂ ਉਹਨਾਂ ਨੂੰ ਲੜਦੀਆਂ ਦੇਖੋ, ਇੱਕ ਦੂਜੇ ਨੂੰ ਕਿਸ ਤਰ੍ਹਾਂ ਖਾ ਜਾਂਦੀਆਂ ਹਨ, ਢਾ ਲੈਂਦੀਆਂ ਹਨ, ਇੱਕ ਸਕਿੰਟ ਵੀ ਇੱਕ ਦੂਜੇ ਨੂੰ ਨੇੜੇ ਨਹੀਂ ਬੈਠਣ ਦਿੰਦੀਆਂ। ਇਹ ਕ੍ਰੋਧ ਹੀ ਹੈ ਨਾ। ਤੁਸੀਂ ਸਰਪ ਦਾ ਦੇਖ ਲਓ, ਮੈਂ ਆਪਣੀ ਜ਼ਿੰਦਗੀ 'ਚ ਇੱਕ ਦੇਖਿਆ, ਇੱਕ ਸਰਪ ਦੂਸਰੇ ਨੂੰ ਨਿਗਲ ਰਿਹਾ ਸੀਗਾ, ਉਹਨੇ ਅੱਧਾ ਕੁ ਤਾਂ ਨਗਾ ਲਿਆ ਔਰ ਸਾਰਾ ਲੰਘ ਨਹੀਂ ਸਕਦਾ ਸੀ, ਕਿਉਂਕਿ ਨਗਾਉਣ ਵਾਲਾ ਜਿਹੜਾ ਸਰਪ ਸੀਗਾ ਉਹ ਛੋਟਾ ਸੀ, ਨਗਾਉਣ ਜਿਹੜਾ ਜਿਹਨੂੰ ਨਗਾਉਂਦਾ ਸੀ ਉਹ ਬੜਾ ਸੀਗਾ। ਉਹ ਦੋਨੇ ਤੜਫੀ ਜਾਣ। ਹੁਣ ਜਿਹੜਾ ਵਿੱਚ ਆ ਗਿਆ ਅੱਧਾ, ਉਹਨੇ ਤਾਂ ਤੜਫਣਾ ਸੀ, ਸਾਹ ਬੰਦ ਹੋ ਗਿਆ। ਤੋ ਜਿਹੜਾ ਉਸਨੂੰ ਗੁੱਸੇ ਦੇ ਵਿੱਚ ਨਗਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਲੰਘ ਨਹੀਂ ਰਿਹਾ ਸੀਗਾ। ਕੀ ਹੈ ਬਈ? ਇਹ ਕ੍ਰੋਧ ਦੀ ਅਗਨੀ ਹੈ। ਪਸ਼ੂ ਪੰਛੀਆਂ ਅੰਦਰ ਵੀ ਹੈਗੀ ਹੈ। ਤੋ ਇਨਸਾਨ ਦਾ ਤਾਂ ਅਸੀਂ ਦੇਖਦੇ ਹਾਂ ਪਿੱਛਾ ਨਹੀਂ ਛੱਡਦੀ। ਕ੍ਰੋਧੀ ਆਦਮੀ ਕੀ ਨਹੀਂ ਕਰਦਾ ਵੀ, ਉਹ ਆਪ ਵੀ ਅਸ਼ਾਂਤ, ਉਹਦੇ ਪਾਸ ਜੋ ਰਹਿਣ ਵਾਲੇ ਉਹ ਵੀ ਅਸ਼ਾਂਤ। ਕ੍ਰੋਧੀ ਦੂਣਾ ਜਲਾ ਹੈ। ਸੋ ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ। ਕਿਹਦਾ ਨਾਂ ਲਈਏ? ਇੱਕ ਨਹੀਂ, ਦੋ ਨਹੀਂ, ਜਿੰਨੇ ਵੀ ਅਸੀਂ ਇਹ ਕਾਲ ਦੀ ਨਗਰੀ 'ਚ ਆ ਜਾਂਦੇ ਹਾਂ। ਸੁੱਚੇ ਕੌਣ ਹੁੰਦੇ ਹੈ? ਕਹਿਣ ਲੱਗੇ ਉਹ ਨਾਮ ਸੁੱਚਾ ਹੈ, ਸਤਿਗੁਰੂ ਸੁੱਚਾ ਹੈ, ਉਸ ਦੀ ਕਮਾਈ ਕਰੋ। ਫਿਰ ਉਹ ਕਹਿੰਦੇ ਜੇ ਤੁਸੀਂ ਗਿਰ ਜਾਂਦੇ ਹੋ ਤੇ ਤੁਸੀਂ ਉਹਦਾ ਹੁਣ ਫਿਕਰ ਨਾ ਕਰੋ, ਬਲਕਿ ਫਿਰ ਤਕੜੇ ਵਿਸ਼ਵਾਸ ਦੇ ਨਾਲ ਉਦੋਂ ਵੀ ਉੱਚੇ ਚੜ ਜਾਓ, ਪਹਿਲਾਂ ਨਾਲੋਂ ਵੀ ਜ਼ਿਆਦਾ ਅਭਿਆਸ ਕਰੋ। ਹਾਂ ਬਈ। ਸ਼ਬਦ 23ਵਾਂ। ਭੂਲਾ ਮਨ ਸਮਝਾਵੇ ਜੋ ਪੈ, ਭੂਲਾ ਮਨ ਸਮਝਾਵੇ, ਅਰਬ ਕਰਬ ਲੋ ਦਰਬ ਗਾੜੀ, ਖਰਚਨ ਖਾਨ ਨਾ ਪਾਵੇ। ਹੁਣ ਕਬੀਰ ਸਾਹਿਬ ਕਹਿੰਦੇ ਆ ਇਹ ਸਾਨੂੰ ਜਨਮਾਂ ਜਨਮਾਤਰਾਂ ਦੇ ਵਿੱਚ ਕੌਣ ਭੁਲਾ ਰਿਹਾ ਹੈ? ਪਰਮਾਤਮਾ ਦੀ ਤਰਫੋਂ। ਇਹ ਸਾਡਾ ਆਪਣਾ ਮਨ ਹੈ। ਮਨ ਕਾਲ ਦਾ ਏਜੰਟ ਹੈ। ਇਹਦਾ ਕੰਮ ਹੈ ਕਿ ਉਹ ਮਾਲਕ ਦੀ ਕੋਈ ਭਗਤੀ ਨਾ ਕਰ, ਕੋਈ ਸ਼ਬਦ ਭਗਤੀ ਦੇ ਵਿੱਚ ਨਾ ਲੱਗੇ। ਕਿਸੇ ਲੜਕੀ ਨੇ ਵੱਡੇ ਮਹਾਰਾਜ ਸਾਵਲ ਨੂੰ ਕਿਹਾ ਕਿ ਜੀ ਮੇਰਾ ਮਨ ਮੈਨੂੰ ਭਜਨ 'ਚ ਨਹੀਂ ਬੈਣ ਦਿੰਦਾ। ਉਹ ਕਹਿੰਦੇ ਹੋਰ ਇਹ ਕੀ ਕਰੇ? ਜਦ ਇਹ ਆਪਦੇ ਮਾਲਕ ਦਾ ਹੁਕਮ ਵਜਾਉਂਦਾ ਹੈ ਤੇ ਤੂੰ ਆਪਦੇ ਮਾਲਕ ਦਾ ਹੁਕਮ ਵਜਾ। ਕੀ ਸਾਨੂੰ ਇਹ ਭਰਮ ਪਾਉਂਦਾ ਹੈ, ਕੀ ਭੁਲੇਖਾ ਪਾਉਂਦਾ, ਕਿਸ ਤਰ੍ਹਾਂ ਸਾਨੂੰ ਭੁਲਾਉਂਦਾ ਹੈ? ਕਹਿੰਦੇ ਅਰਬਾਂ ਖਰਬਾਂ ਅਸੀਂ ਜੋੜ ਲੈਂਦੇ ਹਾਂ। ਜਦ ਅਸੀਂ ਜੋੜਦੇ ਹਾਂ ਉਦੋਂ ਇਹੀ ਖਿਆਲ ਹੁੰਦਾ ਹੈ ਕਿ ਅਸੀਂ ਇਸ ਨੂੰ ਖਰਚਾਂਗੇ, ਖਾਵਾਂਗੇ, ਜਾਂ ਸਾਡੇ ਬੱਚੇ ਇਸ ਨੂੰ ਇਸ ਤਰ੍ਹਾਂ ਕਰਨਗੇ। ਨਾ ਖਾਣਾ, ਨਾ ਬੈਠਿਆ ਖਾਣ ਦੇਣਾ। ਲੇਕਿਨ ਇਹ ਇੱਕ ਭੁਲੇਖਾ ਹੈ, ਕਿਉਂ ਮਾਇਆ ਤਾਂ ਇੱਕ ਬਿਰਛ ਦੀ ਛਾਇਆ ਹੈ। ਕਬੀਰ ਸਾਹਿਬ ਕਹਿੰਦੇ ਅੱਜ ਇੱਧਰ ਹੈ, ਕੱਲ ਨੂੰ ਇੱਧਰ ਹੈ। ਵੱਡੇ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਕਿ ਪਾਪਾਂ ਬਾਝੋਂ ਆਵੈ ਨਾਹੀ, ਮੁਇਆ ਸਾਥ ਨਾ ਜਾਈ। ਮਾਇਆ ਕਦ ਜੁੜਦੀ ਹੈ? ਜਦ ਅਸੀਂ ਇਸ ਨੂੰ ਗੈਰ ਤਰੀਕੇ ਦੇ ਨਾਲ ਕਮਾਉਂਦੇ ਹਾਂ।
ਉਹ ਤੁਹਾਨੂੰ ਜੋੜ ਕੇ ਅਸੀਂ ਆਪਣੀ ਐਸ਼ੋ ਇਸ਼ਰ ਦਾ ਸਮਾਨ ਬਣਾ ਲੈਂਦੇ ਹਾਂ, ਜਾਂ ਤਾਂ ਸਾਡੇ ਦੇਖਦਿਆਂ ਸਾਡੇ ਬੱਚੇ ਰਾਜ ਪਲਟਾ ਕਰ ਦਿੰਦੇ ਆ, ਸਾਂਭ ਲੈਂਦੇ ਹੈ, ਤੇ ਬੁੱਢਾ ਬੁੱਢੀ ਇੱਕ ਖੂੰਜੇ 'ਚ ਲੱਗੇ ਬੈਠੇ ਹੁੰਦੇ ਆ। ਤੋ ਜਾਂ ਸਾਡੇ ਮਰਿਆ ਪਿੱਛੋਂ ਵਾਰਸ ਬਣ ਜਾਂਦੇ ਹੈ। ਉਹ ਜਦੋਂ ਮਾਇਆ ਇਸ ਤਰ੍ਹਾਂ ਉਹਨਾਂ ਨੂੰ ਮਿਲ ਜਾਂਦੀ ਹੈ, ਉਹਨੂੰ ਤੁਹਾਨੂੰ ਪਤਾ ਹੀ ਹੈ, ਫਿਰ ਕੋਈ ਖੂਨ ਪਸੀਨਾ ਤਾਂ ਡੋਲਿਆ ਨਹੀਂ ਹੁੰਦਾ, ਉਹ ਉਹਨਾਂ ਨੂੰ ਵਿਸ਼ੇ ਬਕਾਰਾਂ ਸ਼ਰਾਬਾਂ ਕਬਾਬਾਂ 'ਚ ਲਾ ਦਿੰਦੇ ਹੈ। ਹਾਂ ਬਈ, ਅਰਬ ਖਰਬ ਲੋਨ ਦਰਬ ਗਾੜੀ ਖਰਚਨ ਖਾਨ ਨਾ ਪਾਵੇ ਜਬ ਜਮ ਆਈ ਕਰੇ ਕੰਠ ਕੇਰੋ ਦੇ ਦੇ ਸੈਨ 부ਝਾਵੇ। ਪਿਆਰਿਓ, ਕਬੀਰ ਸਾਹਿਬ ਕਹਿੰਦੇ ਮੌਤ ਅਟਲ ਹੈ। ਸੰਤਾਂ ਨੇ ਡਰਾਉਣ ਵਾਸਤੇ ਬਾਣੀਆਂ ਨਹੀਂ ਲਿਖੀਆਂ, ਇਹ ਸੱਚ ਹੈ। ਜਦ ਜਮ ਆ ਜਾਂਦਾ ਹੈ, ਉਸ ਵੇਲੇ ਸਾਡੀ ਜ਼ਬਾਨ ਬੋਲ ਕੇ ਕੋਈ ਦੱਸ ਨਹੀਂ ਸਕਦੀ। ਘਰ ਵਾਲੇ ਉਸ ਵੇਲੇ ਉਹਨੂੰ ਆਰਾਮ ਨਾਲ ਮਰਨ ਵੀ ਨਹੀਂ ਦਿੰਦੇ, ਕਹਿੰਦੇ ਕਿਸੇ ਦਾ ਲੈਣਾ ਦੇਣਾ ਦੱਸ ਜਾ, ਰੱਖਿਆ ਰਖਾਇਆ ਦੱਸ ਜਾ। ਮੈਂ ਤਾਂ ਇੱਥੋਂ ਤੱਕ ਦੇਖਦਾ ਹੈ ਕਿ ਉਦੋਂ ਉਹ ਅੱਧ ਵਿਚਾਲੇ ਹੀ ਹੁੰਦਾ ਹੈ, ਤੇ ਉਹਨੂੰ ਕਚਹਿਰੀ 'ਚ ਲੈ ਜਾਂਦੇ ਹੈ ਕਿ ਵਸੀਅਤ ਤਾਂ ਕਰਾ ਲਈਏ। ਮੈਂ ਇੱਕ ਬੁੱਢੇ ਦੀ ਮਿਸਾਲ ਦਿੰਦਾ ਹੈ ਕਿ ਜਦ ਉਹਦਾ ਪਿਆਰਾ ਲੜਕਾ ਆਖਰ ਟਾਈਮ ਵਸੀਅਤ ਕਰਾਉਣ ਲੱਗਿਆ, ਉਹਦੀ ਅਜੇ ਸੁਤਾ ਸੀ ਉਧਰ ਵੀ ਚਲੋ ਇਹ ਤਾਂ ਮੇਰੇ ਕੋਲੇ ਰਵੇ, ਉਹ ਕਹਿੰਦਾ ਬਾਬੇ ਕੋਲੇ ਲੈ ਚੱਲੋ। ਲੋ ਜੀ, ਬਾਬੇ ਕੋਲੇ ਲਿਆਂਦਾ। ਕਹਿੰਦਾ ਦੇਖੋ ਜੀ, ਮੈਂ ਤਾਂ ਇਹਨੂੰ ਸਾਰੀ ਜ਼ਿੰਦਗੀ ਪਿਆਰ ਕੀਤਾ, ਇਹ ਮੇਰੇ ਨਾਲ ਕੀ ਕਰਦੇ ਹੈ। ਉਹ ਜਿਹੜਾ ਵੀ ਉਹਦੇ ਨਾਲ ਗੱਲ ਉਸ ਉਹੀ ਕਿ ਤੈਂ ਹੁਣ ਕੀ ਕਰਨੀ ਹੈ, ਤੇ ਉਹਦੇ ਟੀਕਾ ਲਵਾਇਆ ਜਾ ਕੇ ਵੀ ਇਹ ਨਸ਼ੇ 'ਚ ਹੋ ਜੇ, ਇਹਨੂੰ ਦਲੇਰੀ ਆ ਜਾਵੇ, ਉਹ ਰੋਂਦੇ ਕਲਾਂਦੇ ਤੋਂ ਅੰਗੂਠਾ ਲਵਾ ਲਿਆ। ਹੁਣ ਤੁਸੀਂ ਦੇਖ ਲਓ, ਜੇ ਬੋਲ ਨਹੀਂ ਸਕਦਾ ਤੇ ਕਹਿੰਦੇ ਅੰਗੂਠਾ ਤਾਂ ਲਾਊ, ਤਾਂ ਫਿਰ ਉਹ ਕਹਿੰਦੇ ਆ ਵੀ ਕਿੱਥੇ ਹੈ ਤੇਰਾ ਧਨ, ਉਹ ਸੈਨ ਨਾ ਬਤਾਉਂਦਾ ਹੈ, ਬੋਲ ਸਕਦਾ ਨੀਗਾ। ਆਹ ਹਾਲਤ ਹੈ ਸਾਡੀ ਜੀ। ਜਬ ਜਮ ਆਈ ਕਰੇ ਕੰਠ ਕੇਰੋ ਦੇ ਦੇ ਸੈਨ 부ਝਾਵੇ ਬੋਈ ਬਬੂਰ ਅਬ ਫਲ ਚਾਹਤ ਸੋ ਫਲ ਕੈਸੇ ਪਾਵੇ। ਫਰੀਦ ਸਾਹਿਬ ਨੇ ਕਿਹਾ ਕਿ ਲੋੜੇ ਦਾਖ ਬਜੋਰੀਆਂ ਕਿੱਕਰ ਬੀਜੇ ਜੱਟ, ਹੰਡਾ ਉਨ ਕਤਾਏ ਦਾ ਤੇ ਪੈਂਦਾ ਲੋੜੇ ਪੱਟ। ਮਹਾਤਮਾ ਈਸ਼ਰ ਦਾਸ ਨੇ ਕਿਹਾ ਸੀ, ਤਾਰਾ ਮੀਰਾ ਸਾਗ ਬੀਜ ਕੇ ਸਵਾਦ ਭਾਲਦਾ ਖੀਰਾਂ ਦੇ। ਹੁਣ ਜਿਹਨੇ ਕਿੱਕਰਾਂ ਬੀਜੀਆਂ ਹਨ, ਬਬੂਲ ਬੀਜਿਆ ਹੈ, ਉਹ ਬਈ ਅੰਬ ਦਾ ਫਲ ਕਿਵੇਂ ਖਾਏਗਾ। ਤੁਸੀਂ ਸੋਚ ਕੇ ਦੇਖ ਲਓ ਕਿਸ ਤਰ੍ਹਾਂ ਖਾਏਗਾ। ਸੋ ਸਾਨੂੰ ਕਬੀਰ ਸਾਹਿਬ ਬੜੇ ਪਿਆਰ ਨਾਲ ਸਮਝਾਉਂਦੇ ਹੈ ਕਿ ਜਦ ਵਕਤ ਹੈ ਉਦੋਂ ਭਜਨ ਕਰਾਂਗੇ। ਉਹ ਅਸੀਂ ਇੱਕ ਕਿਸਮ ਦਾ ਅੰਬ ਦਾ ਪੌਦਾ ਲਾ ਰਹੇ ਹੁੰਦੇ ਆ, ਤਾਂ ਅੰਬ ਦਾ ਹੀ ਫਲ ਖਾਵਾਂਗੇ ਜੀ। ਬੋਈ ਬਬੂਰ ਅਬ ਫਲ ਚਾਹਤ ਸੋ ਫਲ ਕੈਸੇ ਪਾਵੇ
खोटा दाम खांट ले डोलत, पली पली वास्त मोलावे। ਹੁਣ ਜੋ ਸਾਰੀ ਜ਼ਿੰਦਗੀ ਖੋਟੀ ਪੂੰਜੀ ਇਕੱਠੀ ਕੀਤੀ, ਅੱਗੇ ਉਹਦਾ ਬਈ ਸੌਦਾ ਕੌਣ ਦੇਊਗਾ? ਕਬੀਰ ਸਾਹਿਬ ਕਹਿੰਦੇ ਹੈ, ਕਬੀਰ ਗਾਗਰ ਜਲ ਭਰੀ, ਦੇਹ ਨੂੰ ਪਾਣੀ ਦੀ ਗਾਗਰ, ਕੱਚੀ ਗਾਗਰ ਕਹਿੰਦੇ ਹੈ। ਆਜ ਕਾਲ ਜਾ ਹੈ ਫੂਟ, ਗੁਰ ਜਿਨ ਚੇਤਿਆ ਆਪਣਾ, ਸੋ ਆਦ ਮਾਂਝ ਜਾਏਂਗੇ ਲੂਟ। ਅੰਤ ਸਮਾਂ ਆਉਂਦਾ ਹੈ, ਜਮ ਆ ਜਾਂਦੇ ਹੈ, ਉਹ ਡੰਡੇ ਮਾਰਦੇ ਹੈ, ਤੋੜ ਲੈਂਦੇ ਹੈ, ਪਿਆਸ ਲੱਗਦੀ ਹੈ। ਤੁਸੀਂ ਗਰੜ ਪ੍ਰਾਹ ਨੂੰ ਪੜ੍ਹ ਕੇ ਦੇਖ ਲਓ, ਪਿਆਸ ਲੱਗਦੀ ਹੈ, ਰਸਤੇ 'ਚ ਪਾਣੀ ਮੰਗਦਾ ਹੈ, ਉਹ ਕਹਿੰਦੇ ਹਾਂ ਬਈ ਪਾਣੀ ਦੇ ਦਿੰਨੇ ਹੈ, ਪਰ ਇੱਥੇ ਪਾਣੀ ਮੁੱਲ ਦਾ ਹੈ। ਜਿਹੜੇ ਲੋਕ ਪੁਰਾਣੇ ਇੱਥੋਂ ਦੇ ਵਾਸੀਵਾਨ ਹੈ, ਉਹਨਾਂ ਨੂੰ ਪਤਾ ਹੈ ਕਿ ਪਾਣੀ ਕਿਸ ਤਰ੍ਹਾਂ ਮੁੱਲ ਦਾ ਹੈ। ਮੇਰੇ ਪਾਸ ਭਗਤ ਰਹਿੰਦਾ ਸੀ, ਮੈਂ ਦਿੱਲੀ ਗਿਆ ਜਦੋਂ ਸੱਚੇ ਪਾਤਸ਼ਾਹ ਨੇ ਚੋਲਾ ਛੱਡਿਆ, ਤਾਂ ਮੈਨੂੰ 10 ਵਜੇ ਸਟੇਸ਼ਨ ਤੇ ਛੱਡਿਆ ਏ। तो दिन बड़ा मुश्किल सीगा, एक उदासी सी। तो मैं सोचा भी उत्थे लाल किले च जाके आराम कर लांगे, उत्थे इतना रश नहीं हुंदागा। असी उत्थे गए, मैं चादर लेके अपना कपड़ा तो घास ते लेट गया। उत्थे एक पानी वाला आया। हुण भगत ने तो यह सोचा भी असी किन्ना किन्ना पानी लोकां नूं पिउने हैं। वो कहंदा भी गिलास मैनू भी दे। ਹੁਣ ਉਹ ਰਾਜਸਥਾਨੀ ਬੰਦਾ, ਉਸਨੇ ਉਹਨੂੰ ਪਾਣੀ ਦਾ ਗਲਾਸ ਦੇ ਦਿੱਤਾ। ਉਹ ਕਹਿੰਦਾ ਵੀ ਦਸੀ ਦੇ ਦੇ। ਹੁਣ ਭਗਤ ਉਹਨੂੰ ਦਸੀ ਨਾ ਦੇਵੇ ਕਿ ਪਾਣੀ ਦਾ ਵੀ ਮੁੱਲ। ਜਦੋਂ ਖੇੜੇ ਪਏ, ਹੁਣ ਭਗਤ ਕੋਲੇ ਪੈਸੇ ਨਹੀਂ ਸੀ, ਤੇ ਮੈਂ ਮੂੰਹ ਤੋਂ ਕੱਪੜਾ ਲਾ ਕੇ ਦੇਖਿਆ ਤਾਂ ਸਾਡਾ ਹੀ ਭਗਤ ਫਸਿਆ ਹੋਇਆ। ਤੇ ਮੈਂ ਉਹਨੂੰ ਕਿਹਾ ਵੀ ਭਰਾਵਾ, ਇੱਥੇ ਤਾਂ ਪੈਸੇ ਨੂੰ ਪਾਣੀ ਮਿਲਦਾ ਜਿਹੜਾ ਚੁੱਕੀ ਫਿਰਦਾ ਇਹ। ਜਦ ਐ ਦੁਨੀਆ 'ਚ ਕੋਈ ਮੁਫਤ ਨਹੀਂ ਪਿਆਉਂਦਾ ਤਾਂ ਅਗਲੀ 'ਚ ਕੌਣ ਪਿਆਏਗਾ ਬਈ? ਤੋ ਕਹਿੰਦੇ ਗੁਰੂ ਜੀ ਨੇ ਲੋਟਿਆ। ਉਹ ਕਹਿੰਦੇ ਵੀ ਭਾਈ ਉਹ ਕੀ ਕਹਿੰਦੇ ਜਾਂ ਜਿਹੜਾ ਕਿ ਉਹ ਪੁੰਨ ਹੈ ਤੇਰਾ, ਉਹ ਸਾਨੂੰ ਦੇ ਦੇ। ਖੋਟਾ ਪੈਸਾ ਨਹੀਂ ਕੋਈ ਲੈਂਦਾਗਾ, ਜਿਹੜਾ ਖਰਾ ਉਹ ਲਏਗਾ। ਤੇ ਗੁਰਜਨ ਚੇਤਿਆ ਆਪਣਾ, ਸੋ ਆਦ ਮਾਨ ਜਾਏਂਗੇ ਲੂਟ। ਅਜੇ ਧਰਮਰਾਜ ਦੇ ਪੇਸ਼ ਹੋਣਾ ਹੀ ਹੈ। ਚੋਰ ਨੂੰ, ਬਦਮਾਸ਼ ਨੂੰ ਪੁਲਿਸ ਵਾਲੇ ਫੜ ਲੈਂਦੇ ਹੈ, ਉਹ ਖੂਬ ਰਗੜਾ ਲਾਉਂਦੇ ਹੈ, ਕੁੱਟਦੇ ਹੈ। ਜੋ ਧਨ ਪਦਾਰਥ ਉੱਥੇ ਥਾਣੇ 'ਚ ਹੀ ਲਾ ਪੈਂਦਾ ਹੈ। ਤੋ ਅਦਾਲਤ ਦੇ ਵਿੱਚ ਤਾਂ ਵਿਚਾਰਾ ਤੁਹਾਨੂੰ ਪਤਾ ਹੀ ਹੈ, ਖੋਗ ਹੀ ਜਾਂਦਾ ਹੈ। ਤੋ ਅੱਗੇ ਮੈਜਿਸਟ੍ਰੇਟ ਨੂੰ ਸਜ਼ਾ ਦੇ ਦਿੰਦਾ, ਸਾਰੀ ਜ਼ਿੰਦਗੀ ਚੱਕੀਆਂ ਚਲਾਉਂਦਾ ਹੈ। ਸੋ ਜਾਮੇ ਨੂੰ ਰਸਤੇ 'ਚ ਹੀ ਲੁੱਟ ਲੈਂਦੇ ਹੈ, ਕਿਉਂਕਿ ਕੋਈ ਗੁਰੂ ਨਹੀਂ, ਕੋਈ ਪੀਰ ਨਹੀਂ, ਕੋਈ ਇਹਨੂੰ ਛਡਾਉਣ ਵਾਲਾ ਨਹੀਂ ਕਿ ਜਿਹੜਾ ਉੱਥੇ ਹਾਜ਼ਰ ਹੋਵੇ। ਹਾਂ ਬਈ, खोटा दाम खांट ले डोलत, पली पली वास्त मोलावे। गुरु परताप साध की संगत, मन बांचत फल पावे। ਕਿਹੜੀ ਚੀਜ਼ ਸਾਡੀ ਮਦਦ ਹੈ ਕਿ ਗੁਰੂ ਦਾ ਪਿਆਰ, ਜੋ ਗੁਰੂ ਦੀ ਸੋਹਬਤ ਔਰ ਸੰਗਤ ਕਰ ਲਈ। ਇਹਦੇ ਨਾਲ ਜੋ ਸਾਡੀ ਇੱਛਾ ਹੈ, ਮਨਾਸਬ ਸੰਸਾਰ 'ਚ ਵੀ ਸਾਨੂੰ, ਅਸੀਂ ਇਹਦਾ ਫਲ ਖਾਂਦੇ ਹਾਂ। ਜੋ ਲੋਕ ਅਭਿਆਸ ਕਰਦੇ ਹੈ ਉਹ ਦੇਖਦੇ ਹੈ ਕਿ ਕਿਸ ਤਰ੍ਹਾਂ ਸਾਡੀ ਮਨਾਸਬ ਦੇਖਭਾਲ ਹੋ ਰਹੀ ਹੈ। ਤੋ ਜਿਹੜੀ ਸੰਗਤ ਹੈ ਗੁਰੂ ਦੀ ਕੀਤੀ ਹੋਈ, ਇੰਨੇ ਫਲ ਨਹੀਂ ਜਾਂਦੀ। ਕਬੀਰ ਸਾਹਿਬ ਨੇ ਕਹੇ, ਕਬੀਰਾ ਸੰਗਤ ਸਾਧ ਦੀ ਜੋ ਕੀਨੀ ਸੋ ਪੱਕੀ। ਹਾਂ, गुरु परताप साध की संगत,
मन बांचत फल पावे, जात जोलाहा नाम कबीरा, बिमल बिमल गुण गावे। ਕਬੀਰ ਸਾਹਿਬ ਇੱਕ ਜਗ੍ਹਾ ਪਿਆਰ ਨਾਲ ਕਹਿੰਦੇ ਆ ਕਿ ਜਾਤ ਜੁਲਾਹਾ ਕਿਆ ਕਰੇ, ਹਿਰਦੇ ਵਸਿਆ ਗੋਪਾਲ। फिर वो कहते कबीरा मेरी जात को सब कोई हसने हार, बलिहारी तै जात के जिन्हें जपिया सिरजनहार। वो कहता मैं की करा, मेरे हिरदे विच वो परमात्मा प्रगट हो गया। सानू लोग सारे ही मखौल करते है, मश्करियां करते है कि जलाहे किस तरह के भोले हुंदे है, किस तरह नीवी जाति विच है। क्योंकि हिंदुस्तान दे विच जलाहियां नू लोग कुछ नीवी जाति समझते है, पर वो कहता मैं बलिहार जाना इस जात तो जिहदे विच आके मैनू भगती करन दा उत्साह पैदा होया। क्योंकि परमात्मा दे दरबार विच जाके जात नहीं पुछदा कोई, मुल्क नहीं पुछदा कोई। तो कबीर साहब ने जाति पाति दे मुतलक बड़े प्यार नाल समझाया सीगा कि ब्राह्मण कौन है बई, जो ब्रह्म नू चीनदा है, जो ब्रह्म दे विच पहुंच जाता है, जो रजोगुण तमोगुण सतोगुण तो उपर जा वड़दा, तिन्ना गुणा दी पंड उतार लेंदा है। उस ब्राह्मण दा उपदेश जग जिउंदा है। उन्होंने ब्राह्मण कह लो, संत कह लो, गुरु कह लो, साध कह लो। और छतरी कौन है कि जेड़ा मन दे नाल इन्हां पंज सूरबीरां नाल लड़दा है। वैश कौन है जेड़ा साध संगत की सेवा करता है, आपा खो दिंदा है। शूद्र कौन है जिधर लाया सुधा मन। सो इस वास्ते सानू बड़े प्यार नाल दस्या कबीर साहब ने कि सानू डोलना नहीं चाहिए, शब्द नाम दी दिल ला के कमाई करनी चाहिए है, संगत दे विच प्यार ना होना चाहिए है, डगमग डोलन का सानू ख्याल छड़ देना चाहिए है। अगर डोल भी गए हैं तो सानू उस तो भी ज्यादा मजबूत होके उदों भी उच्चे चढ़ना चाहिए है। सच्चे पातशाह सावन का वाक याद रखो कि उन्होंने भुलिया ना जानो जिहड़ा शाम नू आपदे घर विच आ जांदा है। सो सानू भी चाहिए जो कुछ कबीर साहब ने सानू समझाया है, शब्द नाम की कमाई करके अपने जीवन नू सुखल बनाइए बई।